Yes, please. Good morning, sir. Good morning, Ji. Good morning. This is Asa. Good morning, sir. Good morning. Good morning, everyone. Very good morning, Ji. Good morning, Ji. Uh, let us study. ਅਸੀਂ ਪੜ੍ਹ ਰਹੇ ਸੀਗੇ ਨੈਸ਼ਨਲ ਐਗਜ਼ਾਮੀਨੇਸ਼ਨ ਪੇਪਰ ਨੰਬਰ 6 ਸਿਵਲ ਪ੍ਰੋਸੀਜਰ ਕੋਡ। ਅੱਜ ਅਸੀਂ ਪੜ੍ਹਾਂਗੇ ਸੈਕਸ਼ਨ ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ, ਆਰਡਰ ਪੜ੍ਹ ਰਹੇ ਸੀਗੇ। ਅੱਜ ਅਸੀਂ ਸਟੱਡੀ ਕਰਾਂਗੇ ਆਰਡਰ ਨੰਬਰ 38। ਬਹੁਤ ਇੰਪੋਰਟੈਂਟ ਆਰਡਰ ਹੈ ਜੀ ਇਹ। ਅਕਸਰ ਪ੍ਰੈਕਟਿਸ ਦੇ ਵਿੱਚ ਇਹ ਰਹਿੰਦਾ ਹੈਗਾ। ਅਰੈਸਟ ਐਂਡ ਅਟੈਚਮੈਂਟ ਬਿਫੋਰ ਜਜਮੈਂਟ। ਅਰੈਸਟ ਬਿਫੋਰ ਜਜਮੈਂਟ ਅਜੇ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ, ਜਜਮੈਂਟ ਕੋਈ ਦਿੱਤੀ ਨਹੀਂ ਕੋਰਟ ਨੇ। ਉਸ ਤੋਂ ਪਹਿਲਾਂ ਹੀ ਕਿਹੜੇ ਕਿਹੜੇ ਰੀਜ਼ਨ ਹੁੰਦੇ ਆ, ਕੀ ਕਾਰਨ ਹੁੰਦੇ ਆ ਜਦੋਂ ਕਿਸੇ ਵਿਅਕਤੀ ਨੂੰ ਅਰੈਸਟ ਕੀਤਾ ਜਾ ਸਕਦਾ ਹੈ ਕੋਰਟ ਵੱਲੋਂ। ਠੀਕ ਹੈ, ਇਹ ਜਿਹੜਾ ਸੈਕਸ਼ਨ ਹੈਗਾ, ਸੌਰੀ ਇਹ ਆਰਡਰ ਹੈਗਾ 38। ਰੂਲ ਨੰਬਰ 1, ਵੇਅਰ ਦਾ ਡਿਫੈਂਡੈਂਟ ਮੇ ਬੀ ਕਾਲਡ ਅਪਾਊਨ ਟੂ ਫਿਨਿਸ਼ ਸਿਕਿਉਰਿਟੀ ਫਾਰ ਦਾ ਅਪੀਅਰੈਂਸ। ਕਿਹੜੇ ਹਾਲਾਤਾਂ ਦੇ ਵਿੱਚ ਕਿਸੇ ਜਿਹੜਾ ਡਿਫੈਂਡੈਂਟ ਹੈਗਾ ਜਿਹਦੇ ਖਿਲਾਫ ਮੁਕੱਦਮਾ ਦਾਇਰ ਕੀਤਾ ਪਲੈਂਟਿਫ ਨੇ, ਕਿਹੜੀ ਐਸੇ ਕੰਡੀਸ਼ਨਸ ਹੁੰਦੀਆਂ ਨੇ, ਕਿਹੜੇ ਅਜਿਹੇ ਹਾਲਾਤ ਹੁੰਦੇ ਆ ਜਦੋਂ ਉਸ ਨੂੰ ਕਿਹਾ ਜਾ ਸਕਦਾ ਹੈ ਵੀ ਤੁਸੀਂ ਆਪਣੀ ਸਿਕਿਉਰਿਟੀ ਦਿਓ, ਵੀ ਤੁਸੀਂ ਟਾਈਮ ਸਿਰ ਕੋਰਟ ਦੇ ਵਿੱਚ ਪੇਸ਼ ਹੋ ਜਾਓਗੇ ਜਾਂ ਨਹੀਂ ਹੋਵੋਗੇ। ਇਸ ਕਰਕੇ ਸਿਕਿਉਰਿਟੀ ਮੰਗੀ ਜਾਂਦੀ ਹੈ। ਕਿਹੜੇ ਕਿਹੜੇ ਰੀਜ਼ਨ ਹੁੰਦੇ ਨੇ ਇਹਦੇ, ਜਦੋਂ ਕੋਈ ਜਿਹੜਾ ਪਲੈਂਟਿਫ ਹੁੰਦਾ ਹੈ, ਵੇਅਰ ਐਟ ਐਨੀ ਸਟੇਜ ਆਫ ਦਾ ਸੂਟ the court is satisfied by the affidavit or otherwise। ਜਦੋਂ ਪਲੈਂਟਿਫ ਹੁੰਦਾ ਹੈ ਕੋਰਟ ਵਿੱਚ ਹਲਫਾ ਬਿਆਨ ਫਾਈਲ ਕਰਕੇ ਕੋਰਟ ਨੂੰ ਕਹਿੰਦਾ that the defendant with intent to delay of the plaintiff, ਵੀ ਜਿਹੜਾ ਡਿਫੈਂਡੈਂਟ ਹੈਗਾ ਮੇਰੇ ਕੇਸ ਨੂੰ ਡਿਲੇ ਕਰਨ ਦੀ ਖਾਤਰ, ਕੇਸ ਨੂੰ ਲਮਕਾਉਣ ਦੀ ਖਾਤਰ, ਔਰ ਟੂ ਅਵੋਇਡ ਐਨੀ ਪ੍ਰੋਸੈਸ ਆਫ ਦਾ ਕੋਰਟ, ਜਿਹੜਾ ਕੋਰਟ ਨੇ ਵੱਲੋਂ ਪ੍ਰੋਸੈਸ ਅਪਲਾਈ ਕੀਤਾ ਜਾ ਰਿਹਾ ਉਸ ਤੋਂ ਮਤਲਬ ਕਿ ਅਵੋਇਡ ਕਰਨ ਦੀ ਖਾਤਰ, ਜਾਂ ਫਿਰ obstruct ਔਰ ਡਿਲੇ ਆਫ ਦਾ ਐਗਜੀਕਿਊਸ਼ਨ ਕੀਤੀ ਜਾ ਰਹੀ ਹੈ ਕਿਸੇ ਡਿਗਰੀ ਦੀ, ਕਿਸੇ ਆਰਡਰ ਦੇ ਵਿੱਚ ਕੋਈ ਫਰਦਰ ਐਗਜੀਕਿਊਸ਼ਨ ਹੋ ਰਹੀ ਹੈ। obstruct ਔਰ ਡਿਲੇ ਦਾ ਐਗਜੀਕਿਊਸ਼ਨ ਆਫ ਐਨੀ ਡਿਗਰੀ that may be passed against him, ਜਾਂ ਕੋਈ ਡਿਗਰੀ ਉਹਦੇ ਅਗੇਂਸਟ ਪਹਿਲਾਂ ਹੀ ਆਲਰੇਡੀ ਪਾਸ ਹੋਈ ਵੀ ਹੈਗੀ ਹੈ, ਉਹਦੇ ਵਿੱਚ ਕੋਈ ਡਿਲੇ ਕਰਨ ਦੀ ਕੋਸ਼ਿਸ਼ ਕਰੇਗਾ ਡਿਫੈਂਡੈਂਟ, ਪਲੈਂਟਿਫ ਹੀ ਸਾਬਤ ਕਰਦਾ ਕੋਰਟ ਦੇ ਵਿੱਚ ਹਲਫੇ ਬਿਆਨ ਦੇ ਕੇ। ਉਹਦੇ ਲਈ ਕੀ ਹੋਏਗਾ, ਕੀ ਕਰਨਾ ਚਾਹੁੰਦਾ ਹੈ ਡਿਫੈਂਡੈਂਟ, ਕੀ ਪਲੈਂਟਿਫ ਕੀ ਕਹਿਣਾ ਚਾਹੁੰਦਾ ਹੈ ਕੋਰਟ ਨੂੰ। ਉੱਪਰਲੇ 2-3 ਕਾਰਨ ਜਿਹੜੇ ਦੱਸੇ ਨੇ, ਵੀ ਕੀ ਕਹਿੰਦਾ ਹੈ, ਇੱਕ ਤਾਂ ਹੈਜ਼ ਐਬਸਕੌਂਡਡ ਔਰ ਲੈਫਟ ਹਿਜ਼ ਲੋਕਲ ਲਿਮਿਟਸ ਆਫ ਦਾ ਜੁਰਿਸਡਿਕਸ਼ਨ ਆਫ ਦਾ ਕੋਰਟ, ਵੀ ਉਹ ਦੌੜ ਗਿਆ ਜੀ, ਤੁਹਾਡੀ ਜਿਹੜੀ ਕੋਰਟ ਦੀ ਜੁਰਿਸਡਿਕਸ਼ਨ ਅਧਿਕਾਰ ਖੇਤਰ ਹੈਗਾ ਇਹਦੇ ਵਿੱਚੋਂ ਬਾਹਰ ਚਲਾ ਗਿਆ, ਕਿਤੇ ਨਿਕਲ ਗਿਆ, ਜਾਂ ਇਜ਼ ਅਬਾਊਟ ਟੂ ਐਬਸਕੌਂਡ, ਜਾਂ ਦੌੜਨ ਦੀ ਕੋਸ਼ਿਸ਼ ਕਰ ਰਿਹਾ ਹੈ, ਔਰ ਲੀਵ ਦਾ ਲੋਕਲ ਲਿਮਿਟਸ ਆਫ ਦਾ ਜੁਰਿਸਡਿਕਸ਼ਨ ਆਫ ਦਾ ਕੋਰਟ, ਵੀ ਕੋਰਟ ਦੀ ਅਧਿਕਾਰ ਖੇਤਰ ਦੇ ਵਿੱਚੋਂ ਉਹਦੀ ਬਾਹਰ ਜਾਣ ਦੀ ਤਿਆਰੀ ਹੈ, ਕਿਤੇ ਲੁਕਣ ਛਿਪਣ ਦੀ ਤਿਆਰੀ ਹੈਗੀ ਹੈ, ਉਹ ਜਾ ਸਕਦਾ, ਭੱਜ ਸਕਦਾ ਹੈਗਾ। has disposed of or removed from the local limits of the jurisdiction the court's property, ਜਿਹੜੀ ਉਹਦੀ ਕੋਈ ਜਾਇਦਾਦ ਹੈਗੀ ਹੈ, ਠੀਕ ਹੈ, ਉਹਨੂੰ ਡਿਸਪੋਜ਼ ਆਫ ਕਰ ਸਕਦਾ ਹੈ ਪਹਿਲਾਂ ਹੀ, ਕੋਰਟ ਦੀ ਡਿਗਰੀ ਪਾਸ ਹੋਣ ਤੋਂ ਪਹਿਲਾਂ, ਜਜਮੈਂਟ ਪਾਸ ਹੋਣ ਤੋਂ ਪਹਿਲਾਂ। ਡਿਸਪੋਜ਼ਡ ਆਫ ਔਰ ਰਿਮੂਵਡ ਫਰੋਮ ਦਾ ਲੋਕਲ ਲਿਮਿਟਸ, ਜਾਂ ਡਿਸਪੋਜ਼ ਆਫ ਕਰ ਸਕਦਾ ਹੈ, ਜਾਂ ਫਿਰ ਕੋਰਟ ਦੇ ਅਧਿਕਾਰ ਖੇਤਰ ਤੋਂ ਬਾਹਰ ਲੈ ਕੇ ਜਾ ਸਕਦਾ ਆਪਣੀ ਪ੍ਰਾਪਰਟੀ ਜੋ ਵੀ ਉਹਦੇ ਕੋਲ ਹੈਗੀ ਹੈ ਕੋਈ, ਔਰ ਐਨੀ ਪਾਰਟ ਦਾ ਜਾਂ ਪ੍ਰਾਪਰਟੀ ਦਾ ਕੋਈ ਸ਼ੇਅਰ ਪਾਸ, ਕੋਈ ਵੀ ਸ਼ੇਅਰ ਪ੍ਰਾਪਰਟੀ ਦਾ। ਉਹ ਮਤਲਬ ਕਿ 3 ਕਾਰਨ ਹੈਗੇ ਆ ਜਿਹੜੇ ਪਲੈਂਟਿਫ ਕੋਰਟ ਨੂੰ ਕਹਿਣਾ ਚਾਹੁੰਦਾ ਹੈ ਵੀ ਕੇਸ ਨੂੰ, ਮੇਰੇ ਕੇਸ ਨੂੰ ਲਟਕਾਉਣ ਦੀ ਖਾਤਰ, ਲਮਕਾਉਣ ਦੀ ਖਾਤਰ, ਅਵੋਇਡ ਕਰਨ ਦੀ ਖਾਤਰ, ਤਾਂ ਕਿ ਕੋਰਟ ਪ੍ਰੋਪਰ ਆਪਣੇ ਜਿਹੜਾ ਪ੍ਰੋਸੈਸ ਹੈਗਾ ਉਹਨੂੰ ਅਪਲਾਈ ਨਾ ਕਰ ਸਕੇ। ਇਸ ਕਰਕੇ ਇਹਨਾਂ ਕਾਰਨਾਂ ਦੇ, ਇਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਡਿਫੈਂਡੈਂਟ ਹੈਗਾ ਉਹ ਬਾਹਰ ਚਲਾ ਗਿਆ, ਕਿਤੇ ਦੌੜ ਗਿਆ, ਕੋਰਟ ਦੀ ਅਧਿਕਾਰ ਖੇਤਰ ਤੋਂ ਬਾਹਰ ਚਲਾ ਗਿਆ, ਜਾਂ ਦੌੜਨ ਦੀ ਕੋਸ਼ਿਸ਼ ਕਰ ਰਿਹਾ ਹੈ, ਠੀਕ ਹੈ, ਜਾਂ ਫਿਰ ਉਹਦੇ ਕੋਲ ਜਿਹੜੀ ਪ੍ਰਾਪਰਟੀ ਜਿਹੜੀ ਅਟੈਚ ਕਰਕੇ, ਇਨ ਫਿਊਚਰ ਅਟੈਚ ਕਰਕੇ ਜਿਹੜੀ ਰਿਕਵਰੀ ਕੀਤੀ ਜਾ ਸਕਦੀ ਹੈ ਉਸ ਤੋਂ, ਜਾਂ ਉਹ ਪ੍ਰਾਪਰਟੀ ਨੂੰ ਇੱਧਰ ਉੱਧਰ ਕਰ ਰਿਹਾ ਹੈਗਾ, ਠੀਕ ਹੈ। ਜਾਂ ਫਿਰ ਇਹ ਵੀ ਕਹਿ ਸਕਦਾ ਹੈ that the defendant is about to leave the India, ਜੋ ਤਾਂ ਬਾਹਰ ਦੌੜਨ ਦੀ ਕੋਸ਼ਿਸ਼ ਕਰ ਰਿਹਾ ਜੀ। ਕੋਰਟ ਨੂੰ, ਕੋਰਟ ਦੀ ਇਨਫੋਰਮੇਸ਼ਨ ਕੋਰਟ ਨੂੰ ਦੇ ਸਕਦਾ ਹੈ ਥਰੂ ਐਫੀਡੇਵਿਟ, ਐਪਲੀਕੇਸ਼ਨ ਐਂਡ ਐਫੀਡੇਵਿਟ, plaintiff will or may thereby be obstruct or delay the execution of any decree that may be passed against the defendant in the suit। ਇਹ ਕਹਿ ਸਕਦਾ ਵੀ ਉੱਪਰਲੇ 2-3 ਕਾਰਨ, ਵੀ ਦੌੜ ਗਿਆ ਇੱਧਰ, ਜਾਂ ਦੌੜਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਾਂ ਇੰਡੀਆ ਛੱਡ ਕੇ ਬਾਹਰ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈਗਾ, ਠੀਕ ਹੈ, ਤਾਂ ਕੋਰਟ ਮੇ ਇਸ਼ੂ ਏ ਵਾਰੰਟ, ਅਜੇ ਕੇਸ ਚੱਲ ਰਿਹਾ ਹੈ, ਅਜੇ ਫੈਸਲਾ ਕੋਈ ਨਹੀਂ ਹੋਇਆ, ਮੇ ਵੀ ਜਜਮੈਂਟ ਕੱਲ ਨੂੰ ਉਹਦੇ ਖਿਲਾਫ ਵੀ ਹੋ ਸਕਦੀ ਹੈ, ਹੱਕ 'ਚ ਵੀ ਹੋ ਸਕਦੀ ਹੈ ਪਲੈਂਟਿਫ ਦੇ, ਠੀਕ ਹੈ। ਤਾਂ ਕੋਰਟ ਮੇ ਇਸ਼ੂ ਏ ਵਾਰੰਟ ਟੂ ਅਰੈਸਟ ਦਾ ਡਿਫੈਂਡੈਂਟ, ਇਸ ਹਾਲਾਤ ਦੇ ਵਿੱਚ ਜਜਮੈਂਟ ਤੋਂ ਪਹਿਲਾਂ ਹੀ ਜਿਹੜੀ ਕੋਰਟ ਹੈਗੀ ਆ ਵਾਰੰਟ ਜਾਰੀ ਕਰ ਸਕਦੀ ਹੈ,
and bring him before the court to show cause why he should not furnish security of his appearance। ਉਸਨੂੰ ਅਰੈਸਟ ਵਾਰੰਟ ਜਾਰੀ ਕਰਕੇ ਤੇ ਉਸ ਤੋਂ ਸਿਕਿਉਰਿਟੀ ਮੰਗ ਸਕਦੀ ਹੈ, ਜ਼ਮਾਨਤ ਲੈ ਸਕਦੀ ਹੈ ਉਸਦੀ ਕਿ ਕੱਲ ਨੂੰ ਤੇਰੀ ਜ਼ਿੰਮੇਵਾਰੀ ਕੌਣ ਤੇਰੀ ਜ਼ਿੰਮੇਵਾਰੀ ਦਿੰਦਾ ਵੀ ਤੂੰ ਕੱਲ ਨੂੰ ਕੋਰਟ ਦੇ ਵਿੱਚ ਸਮੇਂ ਸਿਰ ਆਏਗਾ। ਠੀਕ ਹੈ, ਪ੍ਰੋਵਾਈਡਡ ਦੈਟ ਡਿਫੈਂਡੈਂਟ ਸ਼ੈਲ ਨਾਟ ਬੀ ਅਰੈਸਟਡ। ਥੋੜੀ ਪ੍ਰੋਵੀਜ਼ੋ ਵੀ ਨਾਲ ਹੈਗੀ ਹੈ ਵੀ ਡਿਫੈਂਡੈਂਟ ਸ਼ੈਲ ਨਾਟ ਬੀ ਅਰੈਸਟਡ ਇਫ ਹੀ ਪੇਜ਼ ਦਾ ਆਫੀਸਰ ਇੰਟਰਸਟਡ ਵਿਦ ਦਾ ਐਗਜ਼ੀਕਿਊਸ਼ਨ। ਜੇ ਉਹ ਵਾਰੰਟ ਜਿਹੜਾ ਜਾਰੀ ਕੀਤਾ ਗਿਆ ਸੀਗਾ ਉਹਦੇ ਵਿੱਚ ਅਮਾਉਂਟ ਦੀ ਕੋਈ ਅਮਾਉਂਟ ਦੱਸੀ ਵੀ ਹੈ ਵੀ ਕਿਸ ਅਮਾਉਂਟ ਦੇ ਬਦਲੇ ਤੁਹਾਡੇ ਖਿਲਾਫ ਇਹ ਜਿਹੜਾ ਦਾਵਾ ਦਾਇਰ ਕੀਤਾ ਗਿਆ, ਜੋ ਅਮਾਉਂਟ ਦੀ ਵਾਰੰਟ ਦੀ ਜਿਹੜੀ ਅਮਾਉਂਟ ਹੈਗੀ ਆ ਉਹ ਵਾਰੰਟ ਆਫੀਸਰ ਨੂੰ ਜਮ੍ਹਾਂ ਕਰਾ ਦਿੰਦਾ, ਦੇ ਦਿੰਦਾ ਮੌਕੇ ਤੇ। ਠੀਕ ਹੈ, ਫਿਰ ਉਸ ਨੂੰ ਅਰੈਸਟ ਨਹੀਂ ਕੀਤਾ ਜਾ ਸਕਦਾ। ਐਂਡ ਸੱਚ ਸਮ ਸ਼ੈਲ ਬੀ ਲਾਇਲ, ਤਾਂ ਫਿਰ ਜਿਹੜੀ ਇਹ ਅਮਾਉਂਟ ਹੈਗੀ ਹੈ ਕੋਰਟ 'ਚ ਜਮ੍ਹਾਂ ਹੋ ਜਾਂਦੀ ਹੈ। ਠੀਕ ਹੈ, ਜਦੋਂ ਫੈਸਲਾ ਹੁੰਦਾ ਉਦੋਂ ਉਹਦੇ ਹੱਕ ਜਿਹਦੇ ਹੱਕ 'ਚ ਫੈਸਲਾ ਹੁੰਦਾ ਉਹਨੂੰ ਦੇ ਦਿੱਤੀ ਜਾਂਦੀ ਹੈ। ਦੈਨ ਹੈਗਾ ਰੂਲ ਨੰਬਰ 2 ਸਿਕਿਉਰਿਟੀ, where the defendant fails to show such cause the court shall order him। ਜਦੋਂ ਕੋਰਟ ਦੇ ਵਿੱਚ ਉਹ ਇਦਾਂ ਦੀ ਕੋਈ ਸਿਕਿਉਰਿਟੀ ਪੇਸ਼ ਨਾ ਕਰੇ ਰੂਲ ਨੰਬਰ 1 ਦੇ ਤਹਿਤ, ਜਦੋਂ ਤੋਂ ਸਿਕਿਉਰਿਟੀ ਮੰਗੀ ਗਈ ਹੈ, ਠੀਕ ਹੈ, where the defendant fails, ਜਦੋਂ ਫੇਲ ਹੋ ਜਾਏ to show such cause the court shall order him either to deposit in the court money or other property sufficient to answer the claim against him। ਜਾਂ ਤਾਂ ਫਿਰ ਉਸ ਤੋਂ ਪੈਸੇ ਮੰਗ ਸਕਦੀ ਹੈ ਕੋਰਟ ਜਾਂ ਕੋਈ ਪ੍ਰਾਪਰਟੀ ਮੰਗ ਸਕਦੀ ਹੈ ਉਸੇ ਅਮਾਉਂਟ ਦੀ, or to furnish security for his appearance at any time when called upon while the suit is pending and until satisfaction of the decree। ਜਾਂ ਫਿਰ ਉਸ ਤੋਂ ਇਸ ਅਮਾਉਂਟ ਦੀ ਸ਼ੋਰਟੀ ਮੰਗੀ ਜਾ ਸਕਦੀ ਹੈ। ਸਿਕਿਉਰਿਟੀ, ਸ਼ੋਰਟੀ ਤੇ ਸਿਕਿਉਰਿਟੀ 'ਚ ਫਰਕ ਹੈਗਾ। ਸਿਕਿਉਰਿਟੀ ਉਸ ਅਮਾਉਂਟ ਦੀ ਕਿਸੇ ਹੋਰ ਵਿਅਕਤੀ ਦੀ ਸਿਕਿਉਰਿਟੀ ਕੋਈ ਬੰਦਾ ਦੇ ਸਕਦਾ ਹੈਗਾ। ਠੀਕ ਹੈ, ਨੈਕਸਟ ਐਵਰੀ ਸ਼ੋਰਟੀ, ਸ਼ੋਰਟੀ ਜਿਹਨੇ ਜ਼ਮਾਨਤ ਦਿੱਤੀ ਹੀ ਹੁੰਦੀ ਆ ਉਹਨੂੰ ਆਪਣੀ ਸ਼ੋਰਟੀ ਕਹਿੰਦੇ ਆ। ਠੀਕ ਹੈ, ਐਵਰੀ ਸ਼ੋਰਟੀ ਫਾਰ ਦਾ ਅਪੀਅਰੈਂਸ ਆਫ ਏ ਡਿਫੈਂਡੈਂਟ ਸ਼ੈਲ ਬਾਈਂਡ ਹਿਮਸੈਲਫ। ਤਾਂ ਹੁਣ ਜ਼ਿੰਮੇਵਾਰੀ ਕਿਹਦੀ ਬਣ ਗਈ? ਬੰਦਾ ਜੇ ਦੌੜਦਾ ਕਰਦਾ ਤਾਂ ਜਿਹੜਾ ਸ਼ੋਰਟੀ ਹੈਗਾ ਉਹਦੀ ਜ਼ਿੰਮੇਵਾਰੀ ਬਣਦੀ ਹੈ। ਜਿੰਨੇ ਪੈਸੇ ਦੀ ਉਹਨੇ ਸ਼ੋਰਟੀ ਦਿੱਤੀ ਹੈ ਤਾਂ ਉਹਦੀ ਜਿਹੜੀ ਅਮਾਊਂਟ ਹੈਗੀ ਹੈ, ਜੇ ਉਹ ਵਿਅਕਤੀ ਜਿਹੜਾ ਡਿਫੈਂਡੈਂਟ ਹੈਗਾ ਭੱਜ ਜਾਂਦਾ ਕੋਰਟ 'ਚ ਹਾਜ਼ਰ ਨਹੀਂ ਆਉਂਦਾ ਤਾਂ ਜਿਹੜੀ ਉਹਨੇ ਸ਼ੋਰਟੀ ਦਿੱਤੀ ਹੁੰਦੀ ਆ ਉਹ ਫਾਰਫਿਟ ਹੋ ਜਾਂਦੀ ਹੈ ਸਰਕਾਰ ਦੇ ਖਾਤੇ ਦੇ ਵਿੱਚ। ਇਨ ਡਿਫਾਲਟ ਆਫ ਸੱਚ ਅਪੀਅਰੈਂਸ ਟੂ ਪੇ ਐਨੀ ਸਮ ਆਫ ਮਨੀ which the defendant may be ordered to pay in the suit। ਆਪਣੇ ਆਪ ਨੂੰ ਜਿਹੜਾ ਸ਼ੋਰਟੀ ਹੁੰਦਾ ਉਹ ਬਾਈਂਡ ਕਰ ਲੈਂਦਾ ਵੀ ਮੇਰੀ ਜ਼ਿੰਮੇਵਾਰੀ ਹੈ, ਕੱਲ ਨੂੰ ਜੇ ਮੈਂ ਇਹਦੀ ਸ਼ੋਰਟੀ ਦਿੱਤੀ ਹੈ ਤੇ ਜੇਕਰ ਉਹ ਵਿਅਕਤੀ ਦੌੜ ਜਾਂਦਾ ਭੱਜ ਜਾਂਦਾ ਕੋਰਟ 'ਚ ਹਾਜ਼ਰ ਨਹੀਂ ਆਉਂਦਾ ਤਾਂ ਉਹਦੀ ਜਿਹੜੀ ਇਹ ਸ਼ੋਰਟੀ ਦਿੱਤੀ ਗਈ ਅਮਾਊਂਟ ਹੈ ਜ਼ਬਤ ਹੋ ਜਾਂਦੀ ਹੈ। ਰੂਲ ਨੰਬਰ 3 ਪ੍ਰੋਸੀਜਰ ਔਨ ਐਪਲੀਕੇਸ਼ਨ ਬਾਈ ਸ਼ੋਰਟੀ ਟੂ ਬੀ ਡਿਸਚਾਰਜ। ਕਈ ਵਾਰੀ ਐਸੇ ਹਾਲਾਤ ਹੁੰਦੇ ਆ ਕੋਈ ਜਿਹੜਾ ਜਿਸ ਬੰਦੇ ਨੇ ਕਿਸੇ ਦੀ ਸ਼ੋਰਟੀ ਦਿੱਤੀ ਹੀ ਹੁੰਦੀ ਹੈ, ਉਦੋਂ ਕਿਸੇ ਗੁੱਡ ਫੇਥ 'ਚ ਸਿਕਿਉਰਿਟੀ ਦਿੱਤੀ ਹੀ ਹੁੰਦੀ ਆ, ਬਾਅਦ 'ਚ ਉਹਨੂੰ ਪਤਾ ਲੱਗਦਾ ਵੀ ਮੈਂ ਜਿਹੜੀ ਸਿਕਿਉਰਿਟੀ ਦਿੱਤੀ ਗਲਤ ਦਿੱਤੀ ਹੈ, ਮੈਨੂੰ ਦੇਣੀ ਨਹੀਂ ਚਾਹੀਦੀ ਸੀਗੀ, ਤਾਂ ਕੋਰਟ ਦੇ ਵਿੱਚ ਆ ਕੇ ਆਪਣੀ ਜਿਹੜੀ ਸਿਕਿਉਰਿਟੀ ਹੈ ਉਹ ਵਾਪਸ ਲੈ ਸਕਦਾ ਹੈ। ਡਿਸਚਾਰਜ ਆਪਦੇ ਆਪ ਨੂੰ ਡਿਸਚਾਰਜ ਕਰਾਉਣ ਦੇ ਲਈ ਅਰਜ਼ੀ ਦੇ ਸਕਦਾ ਕੋਰਟ ਦੇ ਵਿੱਚ। ਸਿਕਿਉਰਿਟੀ ਫਾਰ ਦਾ ਅਪੀਅਰੈਂਸ ਆਫ ਏ ਡਿਫੈਂਡੈਂਟ may at any time apply to the court in which he became such surety to be discharged from his obligation। ਆਪਦੀ obligation ਤੋਂ ਡਿਸਚਾਰਜ ਹੋਣ ਦੇ ਲਈ ਕਿਸੇ ਵੀ ਸਟੇਜ ਤੇ ਜਿਹੜਾ surety ਹੈਗਾ ਅਰਜ਼ੀ ਦੇ ਸਕਦਾ ਵੀ ਮੈਨੂੰ ਡਿਸਚਾਰਜ ਕੀਤਾ ਜਾਵੇ, ਇਹਨੂੰ ਫੜਿਆ ਜਾਵੇ, ਅਰੈਸਟ ਕੀਤਾ ਜਾਵੇ। On such application being made, the court shall summon the defendant to appear। ਤਾਂ ਜਦੋਂ ਇਦਾਂ ਦੀ ਕੋਈ ਐਪਲੀਕੇਸ਼ਨ ਸ਼ੋਰਟੀ ਵੱਲੋਂ ਆਉਂਦੀ ਹੈ ਤਾਂ ਕੋਰਟ ਵੱਲੋਂ ਕੀ ਹੁੰਦਾ, ਸਮਨ ਜਾਰੀ ਕੀਤੇ ਜਾਂਦੇ ਨੇ। ਜੇ ਸਮਨ ਤੇ ਵਿਅਕਤੀ ਨਹੀਂ ਆਉਂਦਾ ਤਾਂ ਵਾਰੰਟ ਜਾਰੀ ਕੀਤੇ ਜਾਂਦੇ ਨੇ। ਠੀਕ ਹੈ, ਉਹਨੂੰ ਅਰੈਸਟ ਕਰਕੇ ਲਿਆ ਜਾਂਦਾ ਹੈਗਾ ਡਿਫੈਂਡੈਂਟ ਨੂੰ। ਜਾਂ ਫਿਰ ਇਹ ਵੀ ਹੋ ਸਕਦਾ ਹੈ ਵੀ ਜਿਹੜਾ ਸ਼ੋਰਟੀ ਹੁੰਦਾ ਉਹ ਸ਼ੋਰਟੀ ਖੁਦ ਹੀ ਜਾ ਕੇ ਪੇਸ਼ ਕਰ ਦੇਵੇ ਆਪਣੇ ਜਿਹੜਾ ਅਕਿਊਜ਼ਡ ਹੈਗਾ ਜਾਂ ਡਿਫੈਂਡੈਂਟ ਹੈਗਾ ਉਸ ਨੂੰ ਖੁਦ ਹੀ ਜਾ ਕੇ ਕੋਰਟ ਦੇ ਵਿੱਚ ਪੇਸ਼ ਕਰ ਦੇ ਵੀ ਆਹ ਵਿਅਕਤੀ ਨੂੰ ਤੁਸੀਂ ਸਾਹਮੋ, ਇਹਦੀ ਮੈਂ ਸ਼ੋਰਟੀ ਦਿੱਤੀ ਸੀਗੀ ਤੇ ਮੇਰੀ ਸ਼ੋਰਟੀ ਹੈਗੀ ਜਿਹੜੀ ਹੈ ਮੈਨੂੰ ਡਿਸਚਾਰਜ ਕੀਤਾ ਜਾਵੇ, ਇਹਦੇ ਨਾਲ ਜੋ ਵੀ ਕਰਨਾ ਹੈਗਾ ਤੁਸੀਂ ਕਰ ਸਕਦੇ ਹੋ, ਮੈਨੂੰ ਜੇਲ੍ਹ 'ਚ ਭੇਜੋ ਜਾਂ ਜੋ ਵੀ ਕਰੋ, ਜਾਂ ਇਹਦੀ ਨਵੀਂ ਕੋਈ ਸ਼ੋਰਟੀ ਲਓ ਇਸ ਤੋਂ। ਔਨ ਦਾ ਅਪੀਅਰੈਂਸ ਆਫ ਦਾ ਡਿਫੈਂਡੈਂਟ, ਜਦੋਂ ਡਿਫੈਂਡੈਂਟ ਅਪੀਅਰ ਹੋਇਆ ਕੋਰਟ ਦੇ ਵਿੱਚ ਇਨ ਪਰਸਨਸ ਆਫ ਦਾ ਸਮਨਸ ਔਰ ਵਾਰੰਟ, ਚਾਹੇ ਉਹ ਸਮਨ ਰਹੀ ਆ ਗਿਆ ਚਾਹੇ ਉਹ ਵਾਰੰਟ ਰਹੀ ਆ ਗਿਆ, ਜਾਂ ਫਿਰ ਕਿਸੇ ਆਪਣੀ ਮਰਜ਼ੀ ਨਾਲ ਉਹਨੇ ਸਰੈਂਡਰ ਕਰਤਾ ਜਾਂ ਜਿਹੜਾ ਵਿਅਕਤੀ ਨੇ ਸ਼ੋਰਟੀ ਦਿੱਤੀ ਸੀ ਉਹ ਲੈ ਕੇ ਚਲਾ ਗਿਆ ਕੋਰਟ ਦੇ ਵਿੱਚ, ਤਾਂ ਕੋਰਟ ਸ਼ੈਲ ਡਾਇਰੈਕਟ ਦਾ ਸ਼ੋਰਟੀ ਟੂ ਬੀ ਡਿਸਚਾਰਜਡ। ਤਾਂ ਸ਼ੋਰਟੀ ਨੂੰ ਜਿਹੜਾ ਹੈਗਾ ਡਿਸਚਾਰਜ ਕਰ ਦਿੱਤਾ ਜਾਂਦਾ ਹੈ ਫਰੋਮ ਹਿਜ਼ ਓਬਲੀਗੇਸ਼ਨ ਐਂਡ ਹੀ ਕਾਲ ਅਪਨ ਦਾ ਡਿਫੈਂਡੈਂਟ ਟੂ ਫਾਈਂਡ ਫਰੈਸ਼ ਸਿਕਿਉਰਿਟੀ।
ਜਿਹੜਾ ਹੈਗਾ ਡਿਫੈਂਡੈਂਟ ਹੈਗਾ ਉਸ ਨੂੰ ਕਿਹਾ ਜਾਂਦਾ ਵੀ ਤੁਸੀਂ ਨਵੀਂ ਸਿਕਿਉਰਿਟੀ ਪੇਸ਼ ਕਰੋ। ਜੇ ਉਹ ਸਿਕਿਉਰਿਟੀ ਪੇਸ਼ ਨਹੀਂ ਕਰਦਾ ਨਵੀਂ ਦਿੰਦਾ ਤਾਂ ਉਹਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ। ਪ੍ਰੋਸੀਜਰ where defendant fails to furnish security or find fresh security, ਜਦੋਂ ਜਿਹੜਾ ਉੱਪਰਲੇ ਕੇਸ ਦੇ ਵਿੱਚ ਜਦੋਂ ਸਿਕਿਉਰਿਟੀ ਨੂੰ ਡਿਸਚਾਰਜ ਕਰ ਦਿੱਤਾ ਤਾਂ ਉਸ ਤੋਂ ਨਵੀਂ ਸਿਕਿਉਰਿਟੀ ਮੰਗੀ ਗਈ ਹੈ। where the defendant fails to comply with any orders under rule 2 and 3, ਇਹ ਜਿਹੜਾ 2 and 3 ਦੇ ਵਿੱਚ ਉਸ ਤੋਂ ਜਦੋਂ ਦੁਬਾਰਾ ਸਿਕਿਉਰਿਟੀ ਮੰਗੀ ਗਈ ਹੈ ਤਾਂ ਕੋਰਟ ਮੇ ਕਮਿਟ ਹਿਮ ਟੂ ਦਾ ਸਿਵਲ ਪ੍ਰਿਜ਼ਨ। ਜਦੋਂ ਉਹ ਫੇਲ ਹੋ ਜਾਂਦਾ ਨਹੀਂ ਨਵੀਂ ਸਿਕਿਉਰਿਟੀ ਦਿੰਦਾ ਤਾਂ ਕੋਰਟ ਜਿਹੜੀ ਹੈਗੀ ਉਸ ਨੂੰ ਜੇਲ੍ਹ ਦੇ ਵਿੱਚ ਭੇਜ ਦਿੰਦੀ ਹੈ ਅੰਟਿਲ ਦਾ ਡਿਸੀਜਨ ਆਫ ਦਾ ਸੂਟ, ਜਦੋਂ ਤੱਕ ਕਿਸੇ ਸੂਟ ਦਾ ਫੈਸਲਾ ਨਹੀਂ ਹੋ ਜਾਂਦਾ। ਇਹ ਜਿਹੜਾ ਅਸੀਂ ਰੂਲ ਪੜ੍ਹ ਰਹੇ ਹਾਂ ਸਾਰਾ ਆਰਡਰ ਪੜ੍ਹ ਰਹੇ ਹਾਂ ਇਹ ਅਰੈਸਟ ਬਿਫੋਰ ਜਜਮੈਂਟ ਹੈਗੀ ਹੈ। ਠੀਕ ਹੈ, ਕਨਫਿਊਜ਼ਨ ਨਾ ਹੋਣਾ, ਇੱਥੇ ਕਨਫਿਊਜ਼ਨ ਨਾ ਹੋਣਾ। ਡਿਗਰੀ ਅਜੇ ਹੋਈ ਨਹੀਂ, ਜਜਮੈਂਟ ਅਜੇ ਪਾਸ ਨਹੀਂ ਹੋਈ, ਉਸ ਤੋਂ ਪਹਿਲਾਂ ਹੀ ਅਰੈਸਟ ਕੀਤਾ ਜਾ ਰਿਹਾ ਹੈ ਡਿਫੈਂਡੈਂਟ ਨੂੰ। where a degree is passed against the defendant until the degree has been satisfied, ਕਦੋਂ ਤੱਕ ਉਹਨੂੰ ਜੇਲ੍ਹ 'ਚ ਰੱਖਿਆ ਜਾ ਸਕਦਾ ਹੈ until the decision of the suit, ਜਦੋਂ ਤੱਕ ਫੈਸਲਾ ਨਹੀਂ ਹੋ ਜਾਂਦਾ, ਜਾਂ ਜੇ ਕੋਈ ਡਿਗਰੀ ਦੀ ਗੱਲ ਕੀਤੀ ਗਈ ਹੈ ਜਦੋਂ ਤੱਕ ਡਿਗਰੀ ਸੈਟੀਸਫਾਈ ਨਹੀਂ ਹੋ ਜਾਂਦੀ। ਮਤਲਬ ਇੱਥੇ ਨਾਲ ਨਾਲ ਇਹ ਕਿਹਾ ਗਿਆ ਜਦੋਂ ਕੋਈ ਡਿਗਰੀ ਪਹਿਲਾਂ ਪਾਸ ਹੋ ਚੁੱਕੀ ਹੁੰਦੀ ਹੈ, ਇਹ ਅਰੈਸਟ ਬਿਫੋਰ ਜਜਮੈਂਟ ਕਿਹਾ ਇੱਥੇ। ਦੇਖੋ ਅਰੈਸਟ ਬਿਫੋਰ ਜਜਮੈਂਟ ਤਾਂ ਉਦੋਂ ਹੋ ਸਕਦੀ ਹੈ ਜਦੋਂ ਕੋਈ ਅਜੇ ਜਜਮੈਂਟ ਜਾਰੀ ਨਾ ਹੋਈ ਹੋਵੇ। ਠੀਕ ਹੈ, ਅਜੇ ਸੂਟ ਇਨੀਸ਼ੀਅਲ ਸਟੇਜ ਤੇ ਹੁੰਦਾ ਹੈ, ਸੂਟ ਦੇ ਚੱਲਦੇ ਦੌਰਾਨ ਹੀ ਕਿਸੇ ਵਿਅਕਤੀ ਨੂੰ ਅਰੈਸਟ ਕੀਤਾ ਜਾ ਸਕਦਾ ਹੈ। ਤੇ ਨਾਲ ਨਾਲ ਇੱਥੇ ਗੱਲ ਕੀਤੀ ਗਈ ਇਹਦੇ ਵਿੱਚ ਹੀ ਬੇਸ਼ੱਕ ਡਿਗਰੀ ਪਾਸ ਹੋ ਚੁੱਕੀ ਹੈ, ਉਹ ਸੂਟ ਪਹਿਲਾਂ ਫੈਸਲਾ ਹੋ ਗਿਆ, ਪਰ ਹੁਣ ਐਗਜ਼ੀਕਿਊਸ਼ਨ ਕੀਤੀ ਜਾ ਰਹੀ ਹੈ, ਉਹ ਵੀ ਇੱਕ ਵੱਖਰੀ ਜਜਮੈਂਟ ਹੈਗੀ ਹੈ। ਐਗਜ਼ੀਕਿਊਸ਼ਨ ਕੀਤੀ ਜਾ ਰਹੀ ਹੈ ਡਿਗਰੀ ਦੀ, ਡਿਗਰੀ ਪਾਸ ਹੋ ਚੁੱਕੀ ਹੈ ਪਹਿਲਾਂ, ਡਿਗਰੀ ਪਾਸ ਹੋਣ ਤੋਂ ਬਾਅਦ ਫਿਰ ਸੂਟ ਦੁਬਾਰਾ ਫਾਈਲ ਕੀਤਾ ਗਿਆ ਕਾਹਦੇ ਲਈ, ਫਾਰ ਦਾ ਐਗਜ਼ੀਕਿਊਸ਼ਨ ਆਫ ਦਾ ਡਿਗਰੀ। ਐਗਜ਼ੀਕਿਊਸ਼ਨ ਦੇ ਦੌਰਾਨ ਵੀ ਕਿਸੇ ਵਿਅਕਤੀ ਨੂੰ ਜਿਵੇਂ ਬਿਫੋਰ ਜਜਮੈਂਟ ਅਰੈਸਟ ਕੀਤਾ ਜਾ ਸਕਦਾ ਹੈ, ਐਗਜ਼ੀਕਿਊਸ਼ਨ ਦੇ ਦੌਰਾਨ ਵੀ ਕਿਸੇ ਵਿਅਕਤੀ ਨੂੰ ਐਗਜ਼ੀਕਿਊਸ਼ਨ ਦੀ ਫਾਈਨਲ ਪਾਸ ਹੋਣ ਤੋਂ ਬਾਅਦ ਪਹਿਲਾਂ ਵੀ ਅਰੈਸਟ ਕੀਤਾ ਜਾ ਸਕਦਾ ਹੈ। ਇਹਦੇ ਵਿੱਚ ਦੋਨੋਂ ਪੈਰਲਲ ਚੱਲ ਰਹੇ ਹੈ। ਇਹ no person shall be detained in prison, maybe ਉਹਨੇ ਦੁਬਾਰਾ ਫਰੈਸ਼ ਸਿਕਿਉਰਿਟੀ ਨਹੀਂ ਦਿੱਤੀ ਹੈਗੀ ਤੇ ਉਸ ਨੂੰ ਦੁਬਾਰਾ ਕੋਰਟ ਨੇ ਜੇਲ੍ਹ ਦੇ ਵਿੱਚ ਭੇਜ ਦਿੱਤਾ, ਪਰ ਨਾਲ ਹੀ ਕਿਹਾ ਗਿਆ ਪ੍ਰੋਵੀਜ਼ਨ ਦਿੱਤੀ ਗਈ ਹੈ ਵੀ 6 ਮਹੀਨੇ ਤੋਂ ਬਾਅਦ ਕਿਸੇ ਵਿਅਕਤੀ ਨੂੰ ਅਜਿਹੇ ਕੇਸ ਦੇ ਵਿੱਚ 6 ਮਹੀਨੇ ਤੋਂ ਜ਼ਿਆਦਾ ਜੇਲ੍ਹ ਦੇ ਵਿੱਚ ਨਹੀਂ ਰੱਖਿਆ ਜਾ ਸਕਦਾ, not for a longer period than 6 weeks। ਪਰ ਜੇਕਰ ਜਿਹੜੀ ਅਮਾਊਂਟ ਹੈਗੀ ਹੈ ਡਿਗਰੀ ਵਗੈਰਾ ਦੀ ਜਿਹੜੀ ਅਮਾਊਂਟ ਹੈਗੀ ਹੈ 50 ਰੁਪਏ ਤੋਂ ਜ਼ਿਆਦਾ ਨਾ ਹੋਵੇ ਤਾਂ ਸਿਰਫ 6 ਵੀਕਸ ਤੱਕ ਹੀ ਉਸ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾ ਸਕਦਾ, ਵਿਅਕਤੀ ਨੂੰ ਜ਼ਿਆਦਾ ਸਮੇਂ ਲਈ ਨਹੀਂ ਰੱਖਿਆ ਜਾ ਸਕਦਾ। ਪ੍ਰੋਵਾਈਡਡ ਆਲਸੋ no person shall be detained in prison under this rule after he has complied with the such order। ਜੇ ਉਹਨੇ ਆਰਡਰ ਕੰਪਲਾਈ ਵਿਦ ਕਰ ਲਿਆ, ਕਿਸੇ ਨਵੀਂ ਦੁਬਾਰਾ ਜ਼ਮਾਨਤ ਦੇ ਦਿੱਤੀ ਤਾਂ ਉਸ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਕੱਢਣਾ ਪੈਂਦਾ ਹੈ ਜਾਂ ਜੇਲ੍ਹ ਨਹੀਂ ਭੇਜਿਆ ਜਾ ਸਕਦਾ। ਨੈਕਸਟ ਆ ਗਿਆ ਅਗਲਾ ਹੈਡ ਹੈਗਾ ਸਾਡਾ ਅਟੈਚਮੈਂਟ ਬਿਫੋਰ ਦਾ ਜਜਮੈਂਟ। ਜਜਮੈਂਟ ਅਸੀਂ ਅਜੇ ਕੋਰਟ ਨੇ ਨਹੀਂ ਦਿੱਤੀ ਹੈਗੀ, ਕੇਸ ਚੱਲ ਰਿਹਾ ਹੈਗਾ, ਠੀਕ ਹੈ, ਉਹਦੀ ਕੋਈ ਪ੍ਰੋਪਰਟੀ ਨੂੰ ਅਟੈਚ ਕਰਨਾ, ਡਿਫੈਂਡੈਂਟ ਦੀ ਪ੍ਰੋਪਰਟੀ ਨੂੰ ਅਟੈਚ ਕਰਨਾ। ਕਿਉਂ, ਕੀ ਰੀਜ਼ਨ ਹੋ ਸਕਦੇ ਨੇ, ਆਪਾਂ ਜਵਾਨੀ ਗੱਲ ਕਰ ਲਿਆ, ਰੀਜ਼ਨ ਕੀ ਹੋ ਸਕਦੇ ਨੇ ਤਾਂ ਕਿ ਉਹ ਪ੍ਰੋਪਰਟੀ ਨੂੰ ਕੋਈ ਸੇਲ ਨਾ ਕਰ ਦੇਵੇ, ਠੀਕ ਹੈ, ਇੱਧਰ ਉੱਧਰ ਨਾ ਕਰ ਦੇਵੇ। ਇਹਦੇ ਵਿੱਚ ਦੇਖੋ ਰੂਲ ਨੰਬਰ 5 ਕੀ ਹੈਗਾ, ਵੇਅਰ ਦਾ ਡਿਫੈਂਡੈਂਟ may be called upon to furnish security for the production of the property। ਉਹਦੇ ਕੋਲ ਕੋਈ ਪ੍ਰੋਪਰਟੀ ਹੈਗੀ ਹੈ ਵੀ ਉਹਨੂੰ ਪੇਸ਼ ਕਰੇਗਾ ਕੋਰਟ ਦੇ ਵਿੱਚ, ਇਸ ਦੇ ਲਈ ਸਿਕਿਉਰਿਟੀ ਮੰਗੀ ਹੈ ਕੋਰਟ ਨੇ। where at any stage of the suit the court is satisfied by the affidavit or otherwise, ਜਿਹੜਾ plaintiff ਹੈਗਾ ਉਹ ਹਲਫੇ ਬਿਆਨ ਦੇਗਾ that the defendant with intent to obstruct or delay the execution, ਜਿਹੜਾ defendant ਹੈ ਉਹਦੀ ਮਨਸ਼ਾ ਕੀ ਹੈਗੀ ਹੈ, ਉਹ ਡਿਲੇ ਕਰਨੀ ਚਾਹੁੰਦਾ ਹੈ ਐਗਜ਼ੀਕਿਊਸ਼ਨ ਦੀ, ਜਿਹੜੀ ਡਿਗਰੀ ਪਾਸ ਹੋਈ ਵੀ ਹੈ ਉਹਦੀ ਐਗਜ਼ੀਕਿਊਸ਼ਨ ਨੂੰ ਡਿਲੇ ਕਰਨਾ ਚਾਹੁੰਦਾ ਹੈ। that may be passed against him, ਜਿਹੜੀ ਉਹਦੇ ਖਿਲਾਫ ਪਾਸ ਹੋਈ ਵੀ ਡਿਗਰੀ ਹੈ ਨਾ, ਉਸ ਨੂੰ ਡਿਲੇ ਕਰਨੀ ਚਾਹੁੰਦਾ, ਐਗਜ਼ੀਕਿਊਸ਼ਨ ਨਹੀਂ ਹੁੰਦੀ ਨਹੀਂ ਚਾਹੁੰਦਾ। ਇਸ ਕਰਕੇ ਕੀ ਕਰੇਗਾ, ਉਹ ਕੀ ਕਰਨਾ ਚਾਹੁੰਦਾ ਹੈ, is about to dispose of the whole or any part of the property, ਜਿਹੜੀ ਉਹਦੀ ਕੋਈ ਪ੍ਰੋਪਰਟੀ ਹੈਗੀ ਹੈ ਜਿਸ ਨੂੰ ਅਟੈਚ ਕਰਕੇ ਜਿਹੜੀ ਡਿਗਰੀ ਸੈਟੀਸਫਾਈ ਕੀਤੀ ਜਾ ਸਕਦੀ ਹੈ, ਉਸ ਪ੍ਰੋਪਰਟੀ ਨੂੰ ਉਹ ਡਿਸਪੋਜ਼ ਆਫ ਕਰਨਾ ਚਾਹੁੰਦਾ ਹੈ, ਜਾਂ ਉਹਦੇ ਕਿਸੇ ਪਾਰਟ ਨੂੰ ਡਿਸਪੋਜ਼ ਆਫ ਕਰਨਾ ਚਾਹੁੰਦਾ ਹੈ, ਜਾਂ is about to remove the whole, ਜਾਂ ਸਰਕਾਰ ਜਿਹੜੀ ਕੋਰਟ ਹੈ ਕੋਰਟ ਦੇ ਅਧਿਕਾਰ ਖੇਤਰ ਚੋਂ ਉਹ ਇੱਧਰ ਉੱਧਰ ਲੈ ਕੇ ਜਾਣਾ ਚਾਹੁੰਦਾ ਹੈ ਪ੍ਰੋਪਰਟੀ ਨੂੰ, ਤਾਂ ਕੋਰਟ ਮੇ ਫਿਰ ਇਸ ਹਾਲਾਤ ਵਿੱਚ ਕੋਰਟ ਕੀ ਕਰੇਗੀ, the court may direct the defendant within time to be fixed by it either to furnish security, ਜਾਂ ਤਾਂ ਕਹੇਗੀ ਵੀ ਤੂੰ ਸਿਕਿਉਰਿਟੀ ਦੇ ਇਸ ਗੱਲ ਦੀ, ਜਿਹੜੀ ਪ੍ਰੋਪਰਟੀ ਹੈਗੀ ਤੂੰ, ਤਾਂ ਕਿ ਤੂੰ ਪ੍ਰੋਪਰਟੀ ਦੇ ਉੱਧਰ ਨਾ ਕਰ ਦੇਵੇਂ, ਇਸ ਗੱਲ ਦੀ ਸਿਕਿਉਰਿਟੀ ਦੇ ਵੀ ਜਦੋਂ ਕੋਰਟ ਤੇਰੀ ਪ੍ਰੋਪਰਟੀ ਮੰਗੇਗੀ, ਠੀਕ ਹੈ, ਮੇ ਵੀ ਪ੍ਰੋਪਰਟੀ ਮੂਵੇਬਲ ਹੋ ਸਕਦੀ ਹੈ,
ਤਾਂ ਉਹ ਪ੍ਰਾਪਰਟੀ ਪੇਸ਼ ਕੀਤੀ ਜਾ ਸਕਦੀ ਹੈ। ਇਸ ਗੱਲ ਦੀ ਸਿਕਿਉਰਿਟੀ ਦਿਓ ਜਾਂ ਫਿਰ ਅਮਾਉਂਟ ਦਿਓ ਇਸ ਦੀ ਗੱਲ ਦੀ। ਇਨ ਸੱਚ ਸਮ ਐਜ਼ ਮੇ ਬੀ ਸਪੈਸੀਫਾਈਡ ਇਨ ਦਾ ਆਰਡਰ, ਇਸ ਅਮਾਉਂਟ ਦੀ ਸਿਕਿਉਰਿਟੀ ਦਿਓ ਜਿੰਨੇ ਦੀ ਪ੍ਰਾਪਰਟੀ ਦੀ ਵੈਲਿਊ ਬਣਦੀ ਹੈ ਜਾਂ ਡਿਗਰੀ ਹੈਗੀ ਹੈ, ਟੂ ਪ੍ਰੋਡਿਊਸ ਐਂਡ ਪਲੇਸ ਐਟ ਦਾ ਡਿਸਪੋਜ਼ਲ ਆਫ ਦਾ ਕੋਰਟ ਵੈਨ ਰਿਕੁਆਇਰਡ, ਜਦੋਂ ਕੋਰਟ ਨੂੰ ਜ਼ਰੂਰਤ ਹੈਗੀ ਆ ਉਦੋਂ ਕੋਰਟ ਵਿੱਚ ਪੇਸ਼ ਕੀਤੀ ਜਾ ਸਕੇ। ਇੰਨੀ ਅਮਾਉਂਟ ਦੀ ਸਿਕਿਉਰਿਟੀ ਦਿਓ, ਦਾ ਸੈਡ ਪ੍ਰਾਪਰਟੀ or the value of the same or such portion thereof as may be sufficient to satisfy the degree, ਜਿਹਨੂੰ ਜਿਹੜੀ ਪ੍ਰਾਪਰਟੀ ਨੂੰ ਵੇਚ ਕੇ ਡਿਗਰੀ ਦੀ ਜਿਹੜੀ ਅਮਾਉਂਟ ਹੈ ਪੂਰੀ ਕੀਤੀ ਜਾ ਸਕਦੀ ਹੋਵੇ। or to appear and show cause why he should not furnish security, ਜਾਂ ਫਿਰ ਪੇਸ਼ ਹੋ ਕੇ ਦੱਸੋ ਵੀ ਤੁਸੀਂ ਸਿਕਿਉਰਿਟੀ ਕਿਉਂ ਨਹੀਂ ਦੇ ਸਕਦੇ। ਠੀਕ ਹੈ। the plaintiff shall unless the court otherwise directs specify the property required to be attached, ਦਾ ਜਿਹੜਾ plaintiff ਹੋਏਗਾ ਉਹ ਸਪੈਸੀਫਾਈ ਕਰੇਗਾ, ਜਿਵੇਂ ਆਪਾਂ ਫਰਦ ਲਾ ਕੇ ਦੇ ਦਿੰਦੇ ਹੁੰਦੇ ਆ ਆਰਟੀਆਈ ਵੀ ਆਹ ਪ੍ਰਾਪਰਟੀ ਹੈਗੀ ਅਟੈਚ ਕੀਤੀ ਜਾਵੇ। ਰਿਕੁਆਇਰਡ ਟੂ ਬੀ ਅਟੈਚਡ ਐਂਡ ਦਾ ਐਸਟੀਮੇਟ ਵੈਲਿਊ ਦੇਅਰ ਆਫ, ਦੱਸੇਗਾ ਵੀ ਇੰਨੀ ਅੰਦਾਜ਼ਾ ਕੀਮਤ ਬਣਦੀ ਹੈਗੀ ਹੈ। ਤੇ the court may also in order direct the conditional attachment of the whole or any portion of the property so specified, ਜਿਹੜੀ ਪ੍ਰਾਪਰਟੀ ਉਹਨੇ ਦਿੱਤੀ ਹੈ ਪਲੈਂਟਿਫ ਨੇ, ਜਿਹੜੀ ਲਿਸਟ ਦਿੱਤੀ ਹੈ ਉਸ ਪ੍ਰਾਪਰਟੀ ਨੂੰ ਕੰਡੀਸ਼ਨਲ ਅਟੈਚਮੈਂਟ ਕੀਤੀ ਜਾ ਸਕਦੀ ਹੈ ਕੋਰਟ ਵੱਲੋਂ, ਉਹਦੇ ਕਿਸੇ ਪਾਰਟ ਨੂੰ ਵੀ ਜਾਂ ਪੂਰੀ ਪ੍ਰਾਪਰਟੀ ਵੀ ਅਟੈਚ ਕੀਤੀ ਜਾ ਸਕਦੀ ਹੈ। If an order of attachment is made without complying with the provisions of the sub rule 1, such attachment shall be void। ਮਤਲਬ ਇਹ ਕਿਹਾ ਗਿਆ ਹੈ ਵੀ ਜਿਹੜੀ ਕੋਰਟ ਹੈ, ਕੋਰਟ ਡਾਇਰੈਕਟਲੀ ਤੌਰ ਤੇ ਪ੍ਰਾਪਰਟੀ ਨੂੰ ਅਟੈਚ ਨਹੀਂ ਕਰੇਗੀ, ਉਸ ਤੋਂ ਪਹਿਲਾਂ ਤੋਂ ਸ਼ੋਰਟੀ ਮੰਗੇਗੀ, ਅਮਾਉਂਟ ਮੰਗੇਗੀ, ਜੋ ਉਹ ਸ਼ੋਰਟੀ ਦਿੰਦਾ ਹੈ ਉਸ ਅਮਾਉਂਟ ਦੀ, ਠੀਕ ਹੈ, ਫਿਰ ਤਾਂ ਠੀਕ ਹੈ, ਫਿਰ ਪ੍ਰਾਪਰਟੀ ਅਟੈਚ ਨਹੀਂ ਕੀਤੀ ਜਾ ਸਕਦੀ। ਜੇਕਰ ਡਾਇਰੈਕਟਲੀ ਤੌਰ ਤੇ ਕੋਰਟ ਵੱਲੋਂ ਪ੍ਰਾਪਰਟੀ ਅਟੈਚ ਕਰ ਦਿੱਤੀ ਜਾਂਦੀ ਹੈ ਬਗੈਰ ਸਿਕਿਉਰਿਟੀ ਮੰਗੇ, ਤਾਂ ਇਦਾਂ ਦੀ ਜਿਹੜੀ ਅਟੈਚਮੈਂਟ ਹੈ ਸ਼ੈਲ ਬੀ ਵੋਇਡ, ਤਾਂ ਉਹ ਗਲਤ ਹੋਏਗੀ। ਨੈਕਸਟ ਰੂਲ ਨੰਬਰ 6, ਅਟੈਚਮੈਂਟ ਵੇਅਰ ਕਾਜ਼ ਨਾਟ ਸ਼ੋਨ ਔਰ ਸਿਕਿਉਰਿਟੀ ਨਾਟ ਫਰਨਿਸ਼ਡ। ਜਦੋਂ ਹੁਣ ਉਸ ਤੋਂ ਸਿਕਿਉਰਿਟੀ ਵੀ ਮੰਗੀ ਗਈ ਹੈ, ਠੀਕ ਹੈ, ਤੇ ਤੋਂ ਪੁੱਛਿਆ ਵੀ ਗਿਆ ਵੀ ਕਿਉਂ ਨਾ ਤੇਰੀ ਜਿਹੜੀ ਪ੍ਰਾਪਰਟੀ ਅਟੈਚ ਕਰ ਦਿੱਤੀ ਜਾਵੇ, ਤਾਂ ਅਜਿਹੇ ਕੇਸ ਦੇ ਵਿੱਚ ਨਾ ਤਾਂ ਉਹ ਸ਼ੋਰਟੀ ਦਿੰਦਾ ਤੇ ਨਾ ਕੋਈ ਰੀਜ਼ਨ ਦੱਸਦਾ ਹੈਗਾ, ਤਾਂ ਅਜਿਹੇ ਕੇਸਿਸ ਵੇਅਰ ਦਾ ਡਿਫੈਂਡੈਂਟ ਫੇਲਸ ਟੂ ਸ਼ੋ ਕਾਜ਼ ਵਾਈ ਹੀ ਸ਼ੁੱਡ ਨਾਟ ਫਿਨਿਸ਼ ਸਿਕਿਉਰਿਟੀ, ਵੀ ਕਿਉਂ ਨਹੀਂ ਸਿਕਿਉਰਿਟੀ ਦੇ ਸਕਦਾ, ਔਰ ਫੇਲਸ ਟੂ ਫਿਨਿਸ਼ ਦਾ ਸਿਕਿਉਰਿਟੀ ਰਿਕੁਆਇਰਡ, ਔਰ ਫੇਲ ਵੀ ਹੋ ਜਾਂਦਾ ਹੈ, ਠੀਕ ਹੈ। the court may order that the property specified court may order property specified or such portion thereof as appears sufficient to satisfy the decree, ठीक है, which may be passed in the suit be attached, ਤਾਂ ਪ੍ਰਾਪਰਟੀ ਦੀ ਅਟੈਚ ਕਰ ਲਈ ਜਾਂਦੀ ਹੈ। ਜੇ ਉਹ ਨਾ ਸਿਕਿਉਰਿਟੀ ਦੇਵੇ ਤੇ ਨਾ ਹੀ ਉਹ ਕੋਈ ਕਾਰਨ ਦੱਸੇ ਤਾਂ ਪ੍ਰਾਪਰਟੀ ਅਟੈਚ ਕਰ ਲਈ ਜਾਂਦੀ ਹੈ। where the defendant shows such cause of furnishes required security, ਜਿੱਥੇ ਕਿਤੇ ਜਿਹੜਾ ਡਿਫੈਂਡੈਂਟ ਹੈਗਾ ਕਾਰਨ ਦੱਸਦੇ ਹੋਏ ਕੋਰਟ ਨੂੰ ਦੱਸਦਾ ਹੈ ਤੇ ਨਾਲ ਜਾਂ ਸਿਕਿਉਰਿਟੀ ਫਿਨਿਸ਼ ਕਰ ਦਿੰਦਾ ਹੈਗਾ, and the property specified any portion thereof, the court shall order the attachment to be withdrawn। ਜਦੋਂ ਉਸਨੇ ਕੋਈ ਸਿਕਿਉਰਿਟੀ ਦੇ ਦਿੱਤੀ ਤਾਂ ਜਿਹੜੀ ਪ੍ਰਾਪਰਟੀ ਹੈਗੀ ਉਹ ਮਤਲਬ ਕਿ ਰਿਲੀਜ਼ ਕਰ ਦਿੱਤੀ ਜਾਂਦੀ ਹੈ, ਵਿਦਡਰਾ ਕਰ ਲਿਆ ਜਾਂਦਾ, ਜਿਹੜਾ ਅਟੈਚਮੈਂਟ ਦਾ ਆਰਡਰ ਹੈ ਉਹ ਵਾਪਸ ਲੈ ਜਾਣਾ ਕੋਰਟ ਵੱਲ। ਮੋਡ ਆਫ ਮੇਕਿੰਗ ਅਟੈਚਮੈਂਟ, ਜਿਵੇਂ ਅਸੀਂ ਕੋਈ ਡਿਗਰੀ ਨੂੰ ਐਗਜ਼ੀਕਿਊਟ ਕਰਦੇ ਹਾਂ, ਕੋਈ ਡਿਗਰੀ ਨੂੰ ਐਗਜ਼ੀਕਿਊਸ਼ਨ ਦੇ ਸੰਬੰਧੀ ਜਿਹੜੀ ਵੀ ਮੋਡ ਆਫ ਅਟੈਚਮੈਂਟ ਦਾ ਤਰੀਕਾ ਅਪਣਾਇਆ ਜਾਂਦਾ ਹੈ, ਉਹੀ ਤਰੀਕਾ ਇੱਥੇ ਅਪਣਾਇਆ ਜਾਂਦਾ ਹੈ। ਨੈਕਸਟ ਹੈਗਾ ਰੂਲ ਨੰਬਰ 8, ਐਡਜੁਡੀਕੇਸ਼ਨ ਆਫ ਕਲੇਮ ਟੂ ਦ ਪ੍ਰਾਪਰਟੀ attached before judgment, where any claim is presented to property attached before judgment, such claim shall be adjudicated upon the in the manner hereinbefore provided for the adjudication of the claims to the property attached। ਜਿਵੇਂ ਕਿਸੇ ਹੋਰ ਵਿਅਕਤੀ ਦੇ ਕੋਈ ਕਲੇਮ ਆ ਜਾਂਦੇ ਨੇ, ਉਸ ਪ੍ਰਾਪਰਟੀ ਦੇ ਅਗੇਂਸਟ ਕਿਸੇ ਦਾ ਹੋਰ ਦਾ ਵੀ ਕੋਈ ਕਲੇਮ ਹੋ ਸਕਦਾ ਹੈ, ਠੀਕ ਹੈ। ਇਹਨੇ ਕਿਹਾ ਵੀ ਉਹੀ ਪ੍ਰੋਸੈਸ ਲਾਗੂ ਹੋਏਗਾ ਜਿਹੜਾ ਅਸੀਂ ਡਿਗਰੀ ਐਗਜ਼ੀਕਿਊਟ ਕਰਦੇ ਹਾਂ। ਆਰਡਰ 21 ਦੇ ਵਿੱਚ ਹੈਗਾ ਸੀਗਾ ਐਗਜ਼ੀਕਿਊਸ਼ਨ ਆਫ ਦਾ ਡਿਗਰੀ, ਠੀਕ ਹੈ। ਜਦੋਂ ਅਸੀਂ ਐਗਜ਼ੀਕਿਊਸ਼ਨ ਆਫ ਡਿਗਰੀ ਦਾ ਇਸ ਸੰਬੰਧ ਵਿੱਚ ਕੋਈ ਪ੍ਰਾਪਰਟੀ ਕਿਸੇ ਦੀ ਸੇਲ ਕਰ ਦਿੱਤੀ, ਅਟੈਚ ਕਰ ਲਈ ਜਾਂ ਸੇਲ ਕਰਤੀ, ਜਦੋਂ ਕਿਸੇ ਹੋਰ ਦਾ ਕੋਈ ਕਲੇਮ ਆ ਜਾਂਦਾ ਹੈਗਾ, ਜੋ ਪ੍ਰੋਸੈਸ ਅਸੀਂ ਉੱਥੇ ਅਡਾਪਟ ਕਰਦੇ ਹੈਗੇ ਆ, ਉਹੀ ਪ੍ਰੋਸੈਸ ਇੱਥੇ ਅਡਾਪਟ ਕੀਤਾ ਜਾਂਦਾ ਹੈ। ਰਿਮੂਵਲ ਆਫ ਅਟੈਚਮੈਂਟ ਵੈਨ ਸਿਕਿਉਰਿਟੀ ਫਿਨਿਸ਼ ਔਰ ਸੂਟ ਡਿਸਮਿਸ, ਜੇ ਹੁਣ ਸੂਟ ਹੀ ਡਿਸਮਿਸ ਹੋ ਗਿਆ, ਠੀਕ ਹੈ, ਜਾਂ ਸਿਕਿਉਰਿਟੀ ਫਿਨਿਸ਼ ਕਰ ਦਿੱਤੀ ਉਸਨੇ, ਤਾਂ ਜਿਹੜੀ ਅਟੈਚਮੈਂਟ ਹੈ ਇਹ ਵਿਦਡਰਾ ਕਰ ਲਈ ਜਾਂਦੀ ਹੈ। Rule number 10, attachment before judgment not to affect right of the strangers nor bar degree
holders from the applying for the sale। जजमेंट तो पहले ही अटैचमेंट होगी प्रॉपर्टी, पर इस प्रॉपर्टी के अगेंस्ट पहला तो ही किसी बंदे ने डिग्री ली हुई है, डिग्री पास हुई है किसी होर व्यक्ति के कोले, ठीक है, तो उन्हें अपनी डिग्री की एग्जीक्यूशन करवानी है, उन्हें भी पेमेंट लेनी है। तो इत्थे कहा गया भी जे बेशक जी प्रॉपर्टी हैगी है वो जजमेंट तो पहला अटैच हो चुकी होवे, पर यह बार नहीं करती, उसनों रोकती नहीं हैगी दूजे बंदे नूं, जे किसी होर कोले डिग्री हैगी है, दैन ही कैन आल्सो अप्लाई इन द कोर्ट फॉर द एग्जीक्यूशन ऑफ द डिग्री। नो बार एनी पर्सन होल्डिंग ए डिग्री अगेंस्ट द डिफेंडेंट फ्रॉम अप्लाइंग फॉर द सेल और द प्रॉपर्टी हो जी इस प्रॉपर्टी में सेल करवा के भी जी अपनी अमाउंट हैगी है, बेशक कोर्ट ने अंडर अटैचमेंट हैगी है इन एग्जीक्यूशन ऑफ सच डिग्री, ਉਹਦੇ ਤੇ ਕੋਈ ਵਾਰ ਨਹੀਂ ਹੈਗਾ। 11 प्रॉपर्टी अटैच्ड बिफोर जजमेंट नॉट टू बी रीअटैच्ड इन एग्जीक्यूशन ऑफ डिग्री। ਇੱਥੇ ਕੀ ਹੈਗਾ ਵੀ ਜਿਹੜੀ ਪ੍ਰੋਪਰਟੀ ਪਹਿਲਾਂ ਇੱਕ ਵਾਰੀ ਅਟੈਚ ਹੋ ਚੁੱਕੀ ਹੈ ਤੇ ਹੁਣ ਸਾਡੇ ਕੋਲ ਡਿਗਰੀ ਆ ਗਈ ਐਗਜੀਕਿਊਸ਼ਨ ਵਾਸਤੇ, ਅਸੀਂ ਉਸ ਐਗਜੀਕਿਊਸ਼ਨ ਦੀ ਡਿਗਰੀ ਨੂੰ ਸੈਟੀਸਫਾਈ ਕਰਨ ਦੀ ਖਾਤਰ ਇਹਨੂੰ ਦੁਬਾਰਾ ਰੀਅਟੈਚ ਨਹੀਂ ਕਰਾਂਗੇ। ਪ੍ਰੋਪਰਟੀ ਅਟੈਚ ਹੋਈ ਵੀ ਹੈ ਕੋਰਟ ਕੋਲੇ, ठीक है, तो दोबारा रीअटैच करने की कोई जरूरत नहीं हैगी ऑर्डर की, इसे अटैचमेंट के जी किसी डिग्री कोई एग्जीक्यूट करनी है तो वह ऑर्डर भी नाल ही नाल हो सकता है, डिग्री सैटिस्फाई दोनों हो सकती हैं। प्रोविजन्स एप्लीकेबल टू द अटैचमेंट 11A है अटैचमेंट मेड इन एग्जीक्यूशन ऑफ ए डिग्री शैल सो फार एज मे बी अप्लाई, क्या भी सेम प्रोविजन वही लागू होणगियां जो ਤੁਸੀਂ ਕਿਸੇ ਡਿਗਰੀ ਨੂੰ ਐਗਜ਼ੀਕਿਊਟ ਕਰਨਾ ਹੈ। ਐਗਜ਼ੀਕਿਊਟ ਕਰਨ ਦੇ ਲਈ ਪਹਿਲਾਂ ਅਸੀਂ ਅਟੈਚਮੈਂਟ ਕਰਦੇ ਹਾਂ, ਫਿਰ ਸੇਲ ਕਰਦੇ ਹਾਂ, ਠੀਕ ਹੈ। ਸੇਮ ਇਹ ਮਤਲਬ ਕਿ ਐਗਜ਼ੀਕਿਊਸ਼ਨ ਵਾਲਾ ਜਿਹੜਾ ਆਰਡਰ ਹੈ, ਆਰਡਰ 21 ਇੱਥੇ ਲਾਗੂ ਹੋਏਗਾ। ਜਦੋਂ ਅਸੀਂ ਕੋਈ ਅਟੈਚਮੈਂਟ ਕਰਨੀ ਹੈ ਬਿਫੋਰ ਦਾ ਜਜਮੈਂਟ ਤਾਂ ਉਸ ਆਰਡਰ 21 ਦੇ ਤਹਿਤ ਹੀ ਸਾਰੀ ਕਾਰਵਾਈ ਕਰਾਂਗੇ। ਨੈਕਸਟ ਰੂਲ ਨੰਬਰ 12 ਚ ਕਿਹਾ ਗਿਆ ਐਗਰੀਕਲਚਰ ਪ੍ਰੋਡਿਊਸ ਨਾਟ ਅਟੈਚੇਬਲ ਬਿਫੋਰ ਦਾ ਜਜਮੈਂਟ। ਜਿਹੜੀ ਐਗਰੀਕਲਚਰ ਪ੍ਰੋਡਿਊਸ ਹੈਗੀ ਹੈ, ਪੈਦਾਵਾਰ ਹੈਗੀ ਹੈ, ਖੜੀ ਫਸਲ ਦੀ ਗੱਲ ਕੀਤੀ ਗਈ ਹੈ ਇੱਥੇ, ठीक है, इनू अटैच नहीं किया जाता बिफोर द जजमेंट। जो डिग्री पास हो चुकी है ऑलरेडी फिर तो खड़ी फसल भी असी अटैच किया जा सकता कोर्ट वालों, पर जो अजे जजमेंट पास नहीं हुई हैगी कोई भी तो जी खड़ी फसल हैगी है एग्रीकल्चर प्रोड्यूस हैगी है उसनों कोर्ट वालों अटैच नहीं किया जाता। नैक्सट है ऑर्डर नंबर 39, वेरी इंपॉर्टेंट है। देखो तुहाडे कोल जिन्ने भी मतलब कि स्टेयां दे ऑर्डर आते हैं वो सारे ही इन्हां सैक्शनां दे तहत इन्हां ऑर्डरां दे तहत आते हैं। तुहाडे अपनी ड्रॉज तुसीं खोल के देखोगे तुहाडे कोल जरूर 2-2 4-4 ऑर्डरां दी कापियां पईयां होंदियां ने, ऑर्डर 38 दे अगेंस्ट, ऑर्डर 39 दे अगेंस्ट, ठीक है। उन्होंने प्रॉपर तरीके कभी पढ़ के देखोगे तो तुहाडे कोल जो स्टे दा आया हुंदा है टैंपरेरी इंजैक्शन दी कोई ऑर्डर आया हुंदा है, ठीक है, तो आपां प्रोविजन च दर्ज करके जमां उहदे च हवाला दिंदे आ, ठीक है। इदां दे सारे जिहड़े ऑर्डर हैगे आ ओह इन्हां ही जिहड़ियां ऑर्डर्स हैगे आ इन्हां दे तहत ही साडे कोल वारंट आंदे हैं। ऑर्डर 39 बहुत इंपॉर्टेंट है, पेपर च अक्सर जरूर आता है ये क्वेश्चन। यह है टैंपरेरी इंजैक्शन एंड इंटरलॉकटरी ऑर्डर्स। टैंपरेरी इंजैक्शन कदों जारी किया जाता है? जो किसी व्यक्ति ने कोई सूट फाइल किया कोर्ट दे विच, ठीक है। सूट फाइल किया जवानी गल कर लीए पहला आपां, सूट फाइल किया कोर्ट दे विच, उस सूट के नाल नाल की होंदी कि एप्लीकेशन दित्ती जाती है टैंपरेरी इंजैक्शन के लिए, स्टे लैन के लिए। मान लो किसी प्रॉपर्टी कोई व्यक्ति कब्जा करने की कोशिश कर रहा है तो जो ओनर है वो कोर्ट जाके एप्लीकेशन दिंदा है भी मैंने डिग्री दी जाए, मैं मालक हैगा तो पोजैशन की डिग्री मैंने दी जाए, पर नाल ही टैंपरेरी इंजैक्शन भी दिता जाए ताकि मेरी जी प्रॉपर्टी हैगी है कोई गलत तरीके नाल मैंने कोई डिसपोजेस ना करे या गलत तरीके नाल कोई मेरी प्रॉपर्टी को इधर उधर ना कर दे या कोई गलत तरीके नाल कोई इस प्रॉपर्टी को सेल ना कर दे, लाइनेट ना कर दे बाय वे ऑफ एनी मीनस, ठीक है। वो अर्जी दी जाती है, अर्जी के की होंगे फिर कोर्ट जी कोर्ट है जो कोर्ट में लगता है भी जे असी कोर्ट में ये होंगे कोर्ट वालों जो टैंपरेरी इंजैक्शन की जी अर्जी होंगी है इस अर्जी के लिए कोर्ट दो तरीके अपनाए जाते हैं, या तो डायरैक्टली जो इंजैक्शन जारी कर दिता जाता है या फिर की होंगे ऑपोजिट पार्टी को जो है समन भेजा जाता है भी तुसी की इस जी इंजैक्शन की एप्लीकेशन है। देखो सूट वक्री गल है, सूट का फैसला जो बाद होना है भी टैंपरेरी इंजैक्शन जी नाल अर्जी दी है पार्टी ने प्लेंटिफ ने
ਵੀ ਉਹਦੇ ਸੰਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਉਹਨੂੰ ਸੁਣ ਕੇ ਵੀ ਟੈਂਪਰੇਰੀ ਇੰਜੈਕਸ਼ਨ ਦਿੱਤਾ ਜਾ ਸਕਦਾ ਹੈ ਜਾਂ ਡਿਨਾਈ ਕੀਤਾ ਜਾ ਸਕਦਾ ਹੈ, ਜਾਂ ਆਪੋਜ਼ਿਟ ਪਾਰਟੀ ਨੂੰ ਨੋਟਿਸ ਜਾਰੀ ਕੀਤੇ ਬਗੈਰ ਹੀ ਜਿਹੜੀ ਕੋਰਟ ਹੈ, ਜੇ ਕੋਰਟ ਸੈਟੀਸਫਾਈ ਹੋ ਜਾਏ ਇਸ ਗੱਲ ਦੇ ਉੱਪਰ ਵੀ ਹਾਂ ਜੇ ਮੈਂ ਇਹ ਦੂਜੀ ਪਾਰਟੀ ਨੂੰ ਸਮਨ ਭੇਜਾਂਗੇ ਤਾਂ ਜਿਹੜਾ ਹੈਗਾ ਇਹਦਾ ਮਕਸਦ ਹੀ ਖਤਮ ਹੋ ਜਾਂਦਾ ਹੈ, ਤਾਂ ਜਿਹੜਾ ਹੈਗਾ ਝਗੜਾ ਅੱਗੇ ਲਿਟੀਗੇਸ਼ਨ ਵੱਧ ਜਾਂਦੀ ਹੈ ਤੇ ਇਸ ਜਿਹੜੀ ਪਲੈਂਟਿਵ ਪਾਰਟੀ ਨੂੰ ਨੁਕਸਾਨ ਹੋ ਸਕਦਾ ਵੱਡੇ ਪੱਧਰ ਤੇ, ਜਿਹੜਾ ਬਾਅਦ 'ਚ ਪੂਰਾ ਕਰਨਾ ਔਖਾ ਹੈ। ਤਾਂ ਜਿਹੜੀ ਕੋਰਟ ਹੈਗੀ ਹੈ ਉਹ ਡਾਇਰੈਕਟਲੀ ਵਿਦਆਊਟ ਸਮਨਿੰਗ ਟੂ ਦਾ ਅਦਰ ਪਾਰਟੀ ਜਿਹੜਾ ਆਰਡਰ ਜਾਰੀ ਕਰ ਸਕਦੀ ਹੈ, ਟੈਂਪਰੇਰੀ ਜਿਹੜਾ ਹੈਗਾ ਇੰਜੈਕਸ਼ਨ ਜਾਰੀ ਕਰ ਸਕਦੀ ਹੈ। ਦੇਖੋ ਅਸੀਂ ਪੜ੍ਹਦੇ ਹਾਂ ਟੈਂਪਰੇਰੀ ਇੰਜੈਕਸ਼ਨ ਰੂਲ 1, ਕੇਸਿਸ ਇਨ ਵਿਚ ਟੈਂਪਰੇਰੀ ਇੰਜੈਕਸ਼ਨ ਮੇ ਬੀ ਗ੍ਰਾਂਟਡ। ਕਿਹੜੇ ਕੇਸਿਸ ਹੁੰਦੇ ਆ ਜਿੱਥੇ ਟੈਂਪਰੇਰੀ ਇੰਜੈਕਸ਼ਨ ਗ੍ਰਾਂਟ ਕੀਤਾ ਜਾ ਸਕਦਾ ਹੈ। ਵੇਅਰ ਇਨ ਐਨੀ ਸੂਟ ਇਟ ਇਜ਼ ਪ੍ਰੂਵਡ ਬਾਈ ਦਾ ਐਫੀਡੇਵਿਟ ਔਰ ਅਦਰਵਾਈਜ਼, ਜਦੋਂ ਕੋਰਟ ਵਿੱਚ ਕੋਈ ਐਪਲੀਕੇਸ਼ਨ ਲਗਾਉਂਦਾ ਹੈ, ਆਪਦੇ ਦਾਅਵੇ ਦੇ ਨਾਲ ਨਾਲ ਕੋਈ ਅਰਜ਼ੀ ਲਗਾਉਂਦਾ ਹੈ ਟੈਂਪਰੇਰੀ ਇੰਜੈਕਸ਼ਨ ਦੀ, ਨਾਲ ਹਲਫੇ ਬਿਆਨ ਦਿੰਦਾ ਹੈਗਾ that any property in dispute, ਕੀ ਕਹਿੰਦਾ ਹੈ ਕੋਰਟ ਐਪਲੀਕੈਂਟ ਵੱਲੋਂ ਕੀ ਕਿਹਾ ਜਾਂਦਾ ਹੈ, ਨੰਬਰ A, that any property in dispute in a suit is in danger of being wasted। ਖਤਰਾ ਪ੍ਰਾਪਰਟੀ ਦੇ ਉੱਪਰ ਕੀ ਖਤਰਾ ਹੈ ਵੀ ਉਹਨੂੰ ਵੇਸਟ ਕੀਤਾ ਜਾ ਸਕਦਾ ਹੈ, ਡੈਮੇਜ ਕੀਤਾ ਜਾ ਸਕਦਾ ਹੈ, ਜਾਂ ਫਿਰ ਅਲਾਈਨੇਟ ਕੀਤਾ ਜਾ ਸਕਦਾ ਹੈ by any party to the suit or wrongfully sold in execution of a degree, ਜਾਂ ਉਸ ਨੂੰ ਗਲਤ ਤਰੀਕੇ ਦੇ ਨਾਲ ਵੇਚਿਆ ਜਾ ਸਕਦਾ ਹੈ ਐਗਜੀਕਿਊਸ਼ਨ ਦੇ ਵਿੱਚ। ਠੀਕ ਹੈ, ਇਹ ਪਾਰਟੀ ਕੋਈ ਜਾ ਕੇ ਕੋਰਟ ਦੇ ਵਿੱਚ ਗੱਲ ਕਰਦੀ ਹੈ, ਹਲਫੇ ਦਿੰਦੀ ਹੈ, ਜਾਂ ਫਿਰ ਦੈਟ ਬੀ ਪਾਰਟ ਕੀ ਕਹਿੰਦਾ ਹੈ ਦੈਟ ਦਾ ਡਿਫੈਂਡੈਂਟ ਥ੍ਰੈਟਨਸ, ਜਿਹੜਾ ਡਿਫੈਂਡੈਂਟ ਹੈ ਉਹ ਥ੍ਰੈਟ ਕਰ ਰਿਹਾ ਹੈ ਪਲੈਂਟਿਫ ਨੂੰ, ਕਾਹਦੇ ਲਈ ਥ੍ਰੈਟ ਕਰ ਰਿਹਾ ਹੈ, ਔਰ ਇੰਟੈਂਸ ਟੂ ਰਿਮੂਵ ਔਰ ਡਿਸਪੋਜ਼ ਆਫ ਹਿਸ ਪ੍ਰੋਪਰਟੀ, ਉਹਦੀ ਪ੍ਰੋਪਰਟੀ ਨੂੰ, ਪਲੈਂਟਿਫ ਦੀ ਪ੍ਰੋਪਰਟੀ ਨੂੰ ਰਿਮੂਵ ਕਰਨਾ ਚਾਹੁੰਦਾ ਹੈ, ਡਿਸਪੋਜ਼ ਆਫ ਕਰਨਾ ਚਾਹੁੰਦਾ ਹੈ with a view to defrauding his creditors, ਤਾਂ ਕਿ ਉਹਦੇ ਜਿਹੜੇ ਕ੍ਰੈਡੀਟਰਸ ਹੈਗੇ ਆ ਜਿਹਦਾ ਉਹਨੇ ਕੋਈ ਪੈਸਾ ਦੇਣਾ ਹੈਗਾ ਉਹਨਾਂ ਦੇ ਨਾਲ ਮਤਲਬ ਫਰਾਡ ਕਰਨ ਦੀ ਖਾਤਰ ਉਹ ਜਿਹੜੀ ਪ੍ਰਾਪਰਟੀ ਹੈਗੀ ਆ ਉਸ ਨੂੰ ਇਧਰ ਉਧਰ ਕਰ ਦੇਣਾ ਚਾਹੁੰਦਾ ਹੈ। ਜਾਂ ਫਿਰ that the defendant threatens to dispossess, ਜਾਂ ਡਿਫੈਂਡੈਂਟ ਹੈ ਉਸ ਨੂੰ ਥ੍ਰੈਟ ਕਰ ਰਿਹਾ ਹੈ, ਕਬਜ਼ੇ 'ਚੋਂ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਪਲੈਂਟਿਫ ਨੂੰ, ਪਲੈਂਟਿਫ ਦਾ ਕਬਜ਼ਾ ਮੌਕੇ ਤੇ ਜ਼ਮੀਨ ਦੇ ਉੱਪਰ, ਉਹਦਾ ਕਬਜ਼ਾ ਖੋਹਣ ਦੀ ਕੋਸ਼ਿਸ਼ ਕਰ ਰਿਹਾ ਹੈ, ਔਰ ਅਦਰਵਾਈਜ਼ ਕਾਜ਼ ਇੰਜਰੀ ਟੂ ਦਾ ਪਲੈਂਟਿਫ, ਜਾਂ ਉਹਦਾ ਕੋਈ ਹੋਰ ਨੁਕਸਾਨ ਕਰਨਾ ਚਾਹੁੰਦਾ ਹੈ ਇਨ ਰਿਲੇਸ਼ਨ ਟੂ ਐਨੀ ਪ੍ਰੋਪਰਟੀ ਇਨ ਡਿਸਪਿਊਟ ਇਨ ਦਾ ਸੂਟ। ਇਸ ਪ੍ਰਾਪਰਟੀ ਨੂੰ ਲੈ ਕੇ, ਇਸ ਮੁਕੱਦਮੇ ਜਿਹੜੀ ਪ੍ਰਾਪਰਟੀ ਦਰਸਾਈ ਗਈ ਹੈ, ਇਸ ਪ੍ਰਾਪਰਟੀ ਦੇ ਸੰਬੰਧ ਵਿੱਚ ਉਹ ਮੇਰੇ ਤੋਂ ਧੱਕੇ ਨਾਲ ਕਬਜ਼ਾ ਲੈ ਸਕਦਾ ਹੈ। ਇਹ ਗੱਲਾਂ 3-4 ਪੁਆਇੰਟ ਜਿਹੜੇ ਹੈਗੇ ਨੇ ਇਹ ਪਲੈਂਟਿਫ ਵੱਲੋਂ ਹਲਫੇ ਬਿਆਨ 'ਚ ਦਿੱਤੇ ਜਾਂਦੇ ਨੇ, ਕੋਰਟ 'ਚ ਅਰਜ਼ੀ ਦਿੱਤੀ ਜਾਂਦੀ ਹੈ। ਤਾਂ ਕੋਰਟ ਮੇ, ਫਿਰ ਕੋਰਟ ਕੀ ਕਰਦੀ ਹੈ, ਤਾਂ ਕੋਰਟ ਮੇ ਬਾਈ ਆਰਡਰ ਗ੍ਰਾਂਟ ਅ ਟੈਂਪਰੇਰੀ ਇੰਜੈਕਸ਼ਨ ਟੂ ਰਿਸਟੇਨ ਸੱਚ ਐਕਟ, ਇੱਦਾਂ ਦਾ ਕੰਮ ਕਰਨ ਤੋਂ ਟੈਂਪਰੇਰੀ ਇੰਜੈਕਸ਼ਨ ਜਾਰੀ ਕਰ ਸਕਦੇ ਕੋਰਟ, ਔਰ ਮੇਕ ਸੱਚ ਅਦਰ ਆਰਡਰ ਫਾਰ ਦਾ ਪਰਪਜ਼ ਆਫ ਸਟੇਇੰਗ ਦਾ ਐਂਡ ਪ੍ਰੀਵੈਂਟਿੰਗ ਦਾ ਵੇਸਟਿੰਗ, ਡੈਮੇਜਿੰਗ, ਲਾਈਨੇਸ਼ਨ, ਸੇਲ, ਰਿਮੂਵ ਔਰ disposition of the property or dispossession of the plaintiff। ਮਤਲਬ ਕਿ ਟੈਂਪਰੇਰੀ ਸਟੇ ਕੀਤੀ ਜਾ ਸਕਦੀ ਹੈ ਵੀ ਇਦਾਂ ਦੀ ਕੋਈ ਕਾਰਵਾਈ ਉਹਦੇ ਵੱਲੋਂ ਡਿਫੈਂਡੈਂਟ ਵੱਲੋਂ ਨਾ ਕੀਤੀ ਜਾਵੇ, ਔਰ ਅਦਰਵਾਈਜ਼ ਕਾਜ਼ਿੰਗ ਇੰਜਰੀ ਟੂ ਦਾ ਪਲੈਂਟਿਫ ਇਨ ਰਿਲੇਸ਼ਨ ਟੂ ਐਨੀ ਪ੍ਰੋਪਰਟੀ, ਠੀਕ ਹੈ, ਇਨ ਡਿਸਪਿਊਟ ਐਜ਼ ਦਾ ਕੋਰਟ ਮੇ ਫਿਟ ਅੰਟਿਲ ਦਾ ਡਿਸਪੋਜ਼ਲ ਆਫ ਦਾ ਸੂਟ ਔਰ ਅੰਟਿਲ ਫਰਦਰ ਆਰਡਰਸ, ਅਗਲੇ ਹੁਕਮਾਂ ਤੱਕ। ਆਪਾਂ ਕਹਿੰਦੇ ਹਾਂ ਸਾਡੇ ਕੋਲ ਕੱਚੀ ਸਟੇ ਆ ਗਈ ਅਗਲੇ ਹੁਕਮਾਂ ਤੱਕ, ਇੱਕ ਟੈਂਪਰੇਰੀ ਸਟੇ ਹੁੰਦੀ ਹੈ, ਅਗਲੇ ਹੁਕਮ ਕਿਹੜੇ ਹੁੰਦੇ ਨੇ ਜਦੋਂ ਅਗਲੀ ਡੇਟ ਲੱਗ ਜਾਂਦੀ ਹੈ। ਦੈਨ ਰੂਲ ਨੰਬਰ 2 'ਚ ਕੀ ਕਿਹਾ ਗਿਆ, ਸਾਡੇ ਕੋਲ ਅਕਸਰ 90% ਸਾਡੇ ਕੋਲ ਸਟੇਆਂ ਇੱਦਾਂ ਦੀਆਂ ਆਉਂਦੀਆਂ ਨੇ, ਜਿਹੜੀ ਪਰਮਾਨੈਂਟ ਸਟੇ ਹੈ ਬਹੁਤ ਘੱਟ ਆਉਂਦੀ ਹੈ ਸਾਡੇ ਕੋਲ, ਟੈਂਪਰੇਰੀ ਇੰਜੈਕਸ਼ਨ ਜ਼ਿਆਦਾਤਰ ਸਾਡੇ ਕੋਲੇ ਆਉਂਦੇ ਆ ਰੈਵਨਿਊ ਕੋਰਟਾਂ ਦੇ ਵਿੱਚ, ਰੈਵਨਿਊ ਪਟਵਾਰੀਜ਼ ਕੋਲੇ, ਆਪਣੇ ਕੋਲੇ ਇੱਦਾਂ ਦੇ ਜਿਹੜੇ ਅਸੀਂ ਰਫਟ ਰੂਮ ਦਰਜ ਕਰਕੇ ਆਪਣੇ ਰਿਕਾਰਡ ਦੇ ਵਿੱਚ ਐਂਟਰੀ ਪਾਉਂਦੇ ਹਾਂ, ਠੀਕ ਹੈ, ਜਿਹਦੇ ਅਗਲੇ ਹੁਕਮਾਂ ਤੱਕ ਲਿਖਿਆ ਹੋਇਆ ਹੁੰਦਾ ਹੈ, ਅਗਲੀ ਤਰੀਕ ਪੇਸ਼ੀ ਤੱਕ ਲਿਖਿਆ ਹੁੰਦਾ, ਡੇਟ ਵੀ ਲਿਖੀ ਹੁੰਦੀ ਕਈ ਵਾਰ। ਰੂਲ ਨੰਬਰ 2 'ਚ ਕੀ ਹੈ, ਇੰਜੈਕਸ਼ਨਸ ਟੂ ਰਿਸਟੇਨ ਰੀਪੀਟੀਸ਼ਨ ਔਰ ਕੰਟੀਨਿਊਸ ਆਫ ਬ੍ਰੀਚ, ਕੋਈ ਕੰਟੈਕਟ ਹੋਇਆ ਹੋਇਆ ਪਾਰਟੀਆਂ ਦੇ ਵਿਚਕਾਰ, ਬਾਰ-ਬਾਰ ਉਸ ਕੰਟੈਕਟ ਨੂੰ ਤੋੜਿਆ ਜਾ ਰਿਹਾ ਹੈ ਕਿਸੇ ਪਾਰਟੀ ਵੱਲੋਂ, ਤਾਂ ਉਹਦੇ ਸੰਬੰਧ ਵਿੱਚ ਵੀ ਰਿਸਟੇਨ ਕੀਤਾ ਇੰਜੈਕਸ਼ਨ ਮੰਗਿਆ ਜਾ ਸਕਦਾ ਕਿਸੇ ਪਾਰਟੀ ਤੋਂ, ਪਲੈਂਟਿਫ ਇੰਜੈਕਸ਼ਨ ਮੰਗ ਸਕਦੀ ਹੈ ਇਨ ਐਨੀ ਸੂਟ ਫਾਰ ਰਿਸਟੇਨਿੰਗ ਦਾ ਡਿਫੈਂਡੈਂਟ ਫਰੋਮ ਕਮਿਟਿੰਗ ਅ ਬ੍ਰੀਚ ਆਫ ਕੰਟੈਕਟ, ਠੀਕ ਹੈ, ਔਰ ਅਦਰ ਇੰਜਰੀ ਆਫ ਐਨੀ ਕਾਈਂਡ, ਕਿਸੇ ਵੀ ਤਰ੍ਹਾਂ ਦੇ ਉਹਦੇ ਵੱਲੋਂ ਕੋਈ ਮਤਲਬ ਕਿ ਵਾਅਦਾ ਖਿਲਾਫੀ ਕੀਤੀ ਜਾ ਰਹੀ ਹੈ ਡਿਫੈਂਡੈਂਟ ਵੱਲੋਂ, ਦਾ ਪਲੈਂਟਿਫ ਮੇ ਐਟ ਐਨੀ ਟਾਈਮ ਆਫਟਰ ਦਾ ਕਮੈਂਸਮੈਂਟ ਆਫ ਦਾ ਸੂਟ and either before or after the judgment apply to the court for a temporary injunction।
to restrain the defendant from committing a breach of contract or injury complaint। ਤਾਂ ਕਿਸੇ ਵੀ ਸਟੇਜ ਦੇ ਉੱਪਰ ਜਿਹੜਾ ਪਲੈਂਟਿਫ ਹੈਗਾ ਕੋਰਟ ਦੇ ਵਿੱਚ ਜਾ ਕੇ ਐਪਲੀਕੇਸ਼ਨ ਦੇ ਸਕਦਾ ਵੀ ਟੈਂਪਰੇਰੀ ਇੰਜੈਕਸ਼ਨ ਦਿੱਤਾ ਜਾਵੇ। ਤਾਂ ਕੋਰਟ ਮੇ ਬਾਈ ਆਰਡਰ ਗ੍ਰਾਂਟ ਸਚ ਇੰਜੈਕਸ਼ਨ on such terms as to the duration of the injection। कुछ टर्म दे के इंजेक्शन के दौरान भी कौन पार्टी की कर सकती है की नहीं कर सकती, कीपिंग एन अकाउंट गिविंग सिक्योरिटी और अदरवाइज एज द कोर्ट थिंग्स जो कोर्ट ਨੂੰ ਲੱਗਦਾ ਹੈਗਾ ਉਦੋਂ ਦਾ ਕੋਰਟ ਵੱਲੋਂ ਆਰਡਰ ਪਾਸ ਕੀਤਾ ਜਾ ਸਕਦਾ ਹੈ। ਨੈਕਸਟ ਹੈਗਾ 2A ਕੰਸੀਕੁਐਂਸਸ ਆਫ ਡਿਸਓਬੀਡੀਐਂਸ ਔਰ ਬ੍ਰੀਚ ਆਫ ਇੰਜੈਕਸ਼ਨ। ਜਦੋਂ ਕੋਈ ਪਾਰਟੀ ਕੋਰਟ ਵੱਲੋਂ ਜਾਰੀ ਕੀਤਾ ਗਿਆ ਸਟੇ ਆਰਡਰ ਹੈਗਾ, ਠੀਕ ਹੈ, ਉਹਦੀ ਉਲੰਘਣਾ ਕਰੇ ਤੇ ਕੋਰਟ ਦੇ ਹੁਕਮ ਦੀ ਪਾਲਣਾ ਨਾ ਕਰੇ ਤਾਂ ਕੀ ਹੋਏਗਾ। ਕੋਰਟ ਮੇ ਆਰਡਰ ਦ ਪ੍ਰੋਪਰਟੀ ਆਫ ਦ ਪਰਸਨ ਗਿਲਟੀ ਆਫ ਸੱਚ ਡਿਸਓਬੀਡੀਐਂਸ ਔਰ ਬ੍ਰੀਚ ਆਫ ਦ ਟੂ ਬੀ ਅਟੈਚਡ। ਤਾਂ ਉਹਦੀ ਜਿਹੜੀ ਪ੍ਰੋਪਰਟੀ ਹੈਗੀ ਹੈ ਉਹਨੂੰ ਅਟੈਚ ਕੀਤਾ ਜਾ ਸਕਦਾ ਹੈ। ਐਂਡ ਮੇ ਆਲਸੋ ਆਰਡਰ ਸੱਚ ਪਰਸਨ ਟੂ ਬੀ ਡਿਟੇਨਡ ਇਨ ਦ ਸਿਵਲ ਪ੍ਰਿਜ਼ਨ। ਤਾਂ ਜਾਂ ਉਸ ਵਿਅਕਤੀ ਨੂੰ ਅਰੈਸਟ ਕਰਕੇ ਜੇਲ੍ਹ 'ਚ ਭੇਜਿਆ ਜਾ ਸਕਦਾ ਹੈ ਫਾਰ ਏ ਟਰਮ ਨਾਟ ਐਕਸੀਡਿੰਗ 3 ਮੰਥਸ 3 ਮਹੀਨਿਆਂ ਤੱਕ unless in the meantime the court debts his release। ਜੇ ਕਿਸੇ ਕਾਰਨ ਕੋਰਟ ਉਸ ਨੂੰ ਪਹਿਲਾਂ ਰਿਲੀਜ਼ ਵੀ ਕਰ ਸਕਦੀ ਹੈ ਪਰ 3 ਮਹੀਨੇ ਤੋਂ ਬਾਅਦ ਉਸ ਨੂੰ ਜਿਹੜਾ ਹੈਗਾ ਜੇਲ੍ਹ 'ਚ ਨਹੀਂ ਰੱਖਿਆ ਜਾ ਸਕਦਾ, ਉਹਦੀ ਪ੍ਰੋਪਰਟੀ ਅਟੈਚ ਕੀਤੀ ਜਾ ਸਕਦੀ ਹੈ ਜਿਹੜਾ ਹੁਕਮ ਦੀ ਉਲੰਘਣਾ ਕਰਦਾ ਹੈ। ਯਾਨੀ ਕਿ ਜਿਹੜਾ ਸਟੇ ਹੋਣ ਦੇ ਬਾਵਜੂਦ ਵੀ ਸਟੇ ਦੇ ਖਿਲਾਫ ਕੋਈ ਕਾਰਵਾਈ ਕਰਦਾ ਹੈ। ਰੂਲ ਨੰਬਰ 2A ਦਾ 2 ਪਾਰਟ no attachment shall remain in force for the more than 1 year। ਇਦਾਂ ਦੇ ਕੇਸ 'ਤੇ ਜਿਹੜੀ ਅਟੈਚਮੈਂਟ ਕੋਰਟ ਵੱਲੋਂ ਕੀਤੀ ਜਾ ਰਹੀ ਹੈ ਇਹ 1 ਸਾਲ ਤੋਂ ਵੱਧ ਅਟੈਚ ਨਹੀਂ ਕੀਤੀ ਜਾ ਸਕਦੀ। if the disobedience of breach of continue the property attached may be sold। ਜੇ ਇਹ ਜਿਹੜੀ disobedience ਹੈ ਕੰਟੀਨਿਊ ਰਹਿੰਦੀ ਹੈ ਤਾਂ ਜਿਹੜੀ ਪ੍ਰੋਪਰਟੀ ਅਟੈਚ ਕੀਤੀ ਗਈ ਹੈ, ਦੇਖੋ ਕੀ ਗੱਲ ਕਰ ਰਹੇ ਹਾਂ ਆਪਾਂ, ਕੋਰਟ ਨੇ ਅੰਡਰ 39(1) ਜਿਹੜਾ ਹੈਗਾ ਆਰਡਰ ਕੀਤਾ ਸੀ ਸਟੇ ਦਾ, ਦੂਸਰੇ ਵਿਅਕਤੀ ਨੇ ਬ੍ਰੀਚ ਕਰ ਦਿੱਤਾ, ਸਟੇ ਦਾ ਹੁਕਮ ਦੀ ਜਿਹੜੀ ਪਾਲਣਾ ਨਹੀਂ ਕੀਤੀ, ਉਹਦੀ ਪ੍ਰੋਪਰਟੀ ਅਟੈਚ ਹੋ ਗਈ ਡਿਫੈਂਡੈਂਟ ਦੀ, ਤਾਂ ਉਹ ਪ੍ਰੋਪਰਟੀ ਅਟੈਚ ਹੈਗੀ ਹੈ ਉਸ ਨੂੰ ਸੇਲ ਵੀ ਕੀਤਾ ਜਾ ਸਕਦਾ ਹੈ ਕੋਰਟ ਵੱਲੋਂ। ਪਰ ਨਾਲ ਹੀ ਪ੍ਰੋਵੀਜ਼ਨ ਦਿੱਤੀ ਹੈ ਵੀ ਨੋ ਅਟੈਚਮੈਂਟ ਸ਼ੈਲ ਰਿਮੇਨ ਇਨ ਫੋਰਸ ਫਾਰ ਮੋਰ ਦੈਨ 1 ਈਅਰ। 1 ਸਾਲ ਤੋਂ ਬਾਅਦ ਇਸ ਨੂੰ ਅਟੈਚ ਨਹੀਂ ਕੀਤਾ ਜਾ ਸਕਦਾ। ਇਫ ਦਾ ਡਿਸਓਬੀਡੀਐਂਸ ਔਰ ਬ੍ਰੀਚ ਆਫ ਕੰਟੀਨਿਊ, ਜਿਹੜੀ ਡਿਸਓਬੀਡੀਐਂਸ ਹੈ ਕੰਟੀਨਿਊ ਰਹਿੰਦੀ ਹੈ, the property attached may be sold and out of the prescribed proceeds the court may award such compensation। the court ਹੈਗੀ ਆ ਉਸ ਨੂੰ ਕੰਪਨਸੇਸ਼ਨ ਅਵਾਰਡ ਕਰ ਸਕਦੀ ਹੈ। ਪ੍ਰੋਪਰਟੀ ਸੇਲ ਕਰਕੇ ਜਿਹੜਾ ਉਹਦਾ ਨੁਕਸਾਨ ਹੋਇਆ ਹੈਗਾ ਪਲੈਂਟਿਫ ਦਾ ਉਹਨੂੰ ਕੰਪਨਸੇਟ ਕਰ ਸਕਦੀ ਹੈ ਇਫ ਇਟ ਥਿੰਕ ਫਿਟ। ਜੇ ਕੋਰਟ ਨੂੰ ਠੀਕ ਸਮਝਦਾ ਹੈ ਤਾਂ ਕੋਰਟ ਦਾ injured party and shall pay the balance if any to the party entitled thereto। ਜੇ ਕੋਈ ਪੇਮੈਂਟ ਬਚਦੀ ਹੈ ਤਾਂ ਜਿਹੜੀ ਪਾਰਟੀ ਯੋਗ ਬਣਦੀ ਹੈ ਉਹਨੂੰ ਦਿੱਤਾ ਜਾਏਗਾ, ਨਹੀਂ ਤਾਂ ਜਿਹੜੀ ਪਾਰਟੀ ਪ੍ਰੋਪਰਟੀ ਸੇਲ ਕਰਕੇ ਕੋਈ ਉਹਦੀ ਨੁਕਸਾਨ ਹੋਇਆ ਹੈਗਾ ਪਲੈਂਟਿਫ ਦਾ ਉਹਨੂੰ ਪੈਸੇ ਦਿੱਤੇ ਜਾ ਸਕਦੇ ਨੇ ਜੇ ਕੋਈ ਪਾਰਟੀ ਕੋਰਟ ਦੇ ਸਟੇ ਦੇ ਆਰਡਰਾਂ ਦੀ ਉਲੰਘਣਾ ਕਰਦੀ ਹੈ। ਰੂਲ ਨੰਬਰ 3 ਬਿਫੋਰ ਗਰੰਟਿੰਗ ਇੰਜੈਕਸ਼ਨ ਕੋਰਟ ਟੂ ਡਾਇਰੈਕਟ ਨੋਟਿਸ ਟੂ ਦ ਆਪੋਜ਼ਿਟ ਪਾਰਟੀ। ਦੇਖੋ ਆਪਾਂ ਪਹਿਲਾਂ ਗੱਲ ਕਰੀ ਸੀ ਜ਼ਬਾਨੀ ਤੌਰ ਤੇ ਵੀ ਕੋਰਟ ਨੋਟਿਸ ਵੀ ਜਾਰੀ ਕਰ ਸਕਦੀ ਹੈ ਤੇ ਕੋਰਟ ਬਿਨਾਂ ਨੋਟਿਸ ਕਰੇ ਵੀ ਜਿਹੜਾ ਹੈਗਾ ਸਟੇ ਦਾ ਆਰਡਰ ਦੇ ਸਕਦੀ ਹੈ। ਇੱਥੇ ਗੱਲ ਆ ਗਈ ਰੂਲ ਨੰਬਰ 3 ਦੇ ਵਿੱਚ ਬਿਫੋਰ ਗਰੰਟਿੰਗ ਇੰਜੈਕਸ਼ਨ ਤਾਂ ਕੋਰਟ ਟੂ ਡਾਇਰੈਕਟ ਨੋਟਿਸ ਟੂ ਦ ਆਪੋਜ਼ਿਟ ਪਾਰਟੀ। ਕੋਰਟ ਦੂਜੀ ਪਾਰਟੀ ਨੂੰ ਜਦੋਂ ਅਰਜ਼ੀ ਦਿੰਦਾ ਹੈਗਾ ਵੀ ਉਹਨੂੰ ਸਟੇ ਦਿੱਤੀ ਜਾਵੇ ਤਾਂ ਦੂਜੀ ਪਾਰਟੀ ਨੂੰ ਕੋਰਟ ਨੋਟਿਸ ਵੀ ਜਾਰੀ ਕਰ ਸਕਦੀ ਹੈ। ਨੋਟਿਸ ਕਿਹੜੇ ਹਾਲਾਤਾਂ ਜਾਰੀ ਕਰ ਸਕਦੀ ਜਦੋਂ ਕੋਰਟ ਨੂੰ ਲੱਗਦਾ ਵੀ ਇੰਨਾ ਕੋਈ ਐਮਰਜੈਂਸੀ ਕੇਸ ਨਹੀਂ ਹੈਗਾ ਜਿਹਦੇ ਵਿੱਚ ਅਸੀਂ ਬਗੈਰ ਦੂਜੀ ਪਾਰਟੀ ਨੂੰ ਬੁਲਾਏ ਜਿਹੜਾ ਹੈਗਾ ਇੰਜੈਕਸ਼ਨ ਦੇ ਦਈਏ, ਉਹਨਾਂ ਹਾਲਾਤਾਂ ਦੇ ਵਿੱਚ ਜਿਹੜੀ ਕੋਰਟ ਹੈਗੀ ਹੈ ਦੂਜੀ ਪਾਰਟੀ ਨੂੰ ਨੋਟਿਸ ਜਾਰੀ ਕਰ ਸਕਦੀ ਹੈ। ਤਾਂ ਪਰ ਇਹ ਜਦੋਂ ਨੋਟਿਸ ਜਾਰੀ ਇੱਦਾਂ ਦੀ ਜਿਹੜੀ ਐਪਲੀਕੇਸ਼ਨ ਹੁੰਦੀ ਹੈ ਇਹਦਾ ਸਮਾਂ ਹੁੰਦਾ 30 ਡੇਜ਼ ਦੇ ਅੰਦਰ ਅੰਦਰ ਇਹ ਕੋਰਟ ਵੱਲੋਂ ਡਿਸਪੋਜ਼ ਆਫ ਕਰਨੀ ਹੁੰਦੀ ਹੈ। ਦੇਖਦੇ ਹਾਂ ਤਾਂ ਕੋਰਟ shall in all the cases except where it appears that the object of granting injunction would be defeated by the delay। ਮਤਲਬ ਉਹ ਕੇਸ ਪਹਿਲੇ ਵਾਲਾ ਕੇਸ ਜਿੱਥੇ ਕੋਈ ਜਿਹੜਾ ਮਤਲਬ ਕਿ ਨੁਕਸਾਨ ਹੋ ਸਕਦਾ ਪਹਿਲੀ ਪਾਰਟੀ ਨੂੰ, ਉਹਨੂੰ ਛੱਡ ਕੇ ਬਿਫੋਰ ਗਰੰਟਿੰਗ ਐਨ ਇੰਜੈਕਸ਼ਨ ਦਾ ਡਾਇਰੈਕਟ ਨੋਟਿਸ ਆਫ ਦਾ ਐਪਲੀਕੇਸ਼ਨ ਫਾਰ ਦਾ ਸੇਮ ਟੂ ਬੀ ਗਿਵਨ ਦ ਆਪੋਜ਼ਿਟ ਪਾਰਟੀ। ਦੂਜੀ ਪਾਰਟੀ ਨੂੰ ਜਿਹੜਾ ਨੋਟਿਸ ਭੇਜਿਆ ਜਾਂਦਾ ਹੈ ਜਦੋਂ ਇੰਜੈਕਸ਼ਨ ਮੰਗਦੀ ਹੈ ਕੋਈ ਪਾਰਟੀ ਤਾਂ ਦੂਜੀ ਪਾਰਟੀ ਨੂੰ ਨੋਟਿਸ ਭੇਜਿਆ ਜਾਂਦਾ ਕੋਰਟ ਵੱਲੋਂ ਵੇਅਰ ਇਟ ਇਜ਼ ਪ੍ਰਪੋਜ਼ਡ ਟੂ ਗ੍ਰਾਂਟ ਐਨ ਇੰਜੈਕਸ਼ਨ। ਜਦੋਂ ਕੋਰਟ ਨੂੰ ਲੱਗਦਾ ਹੈ ਵੀ ਇੰਜੈਕਸ਼ਨ ਦੇਣਾ ਚਾਹੀਦਾ ਵਿਦਆਊਟ ਗਿਵਿੰਗ ਨੋਟਿਸ ਆਫ ਦਾ ਐਪਲੀਕੇਸ਼ਨ ਟੂ ਦਾ ਆਪੋਜ਼ਿਟ ਪਾਰਟੀ।
the court shall record the reasons for its opinion। ਜਦੋਂ ਕੋਰਟ ਨੂੰ ਲੱਗਦਾ ਵੀ ਨੋਟਿਸ ਦੇਣ ਦੀ ਲੋੜ ਨਹੀਂ ਹੈਗੀ, ਜਿਵੇਂ ਕਿ 39 ਦਾ 1 ਅਸੀਂ ਪੜ੍ਹਿਆ ਸੀਗਾ, ਠੀਕ ਹੈ, ਵੀ 39 ਦਾ 1 ਦੇ ਵਿੱਚ ਹੈਗਾ ਵੀ ਵਿਦਆਊਟ ਨੋਟਿਸ ਜਿਹੜਾ ਇੰਜੈਕਸ਼ਨ ਜਾਰੀ ਕਰ ਦਿੱਤਾ ਜਾਂਦਾ ਹੈ, ਪਰ ਉੱਥੇ ਨਾਲ ਰੀਜ਼ਨ ਦੇਣੇ ਹੁੰਦੇ ਕੋਰਟ ਵੱਲੋਂ ਵੀ ਇਹ ਇੰਜੈਕਸ਼ਨ ਕਿਉਂ ਜਾਰੀ ਕੀਤਾ ਜਾ ਰਿਹਾ ਹੈ, ਇੰਜੈਕਸ਼ਨ ਕਿਉਂ ਦਿੱਤਾ ਜਾਂਦਾ ਹੈ, ਕਿਹੜੇ ਕਿਹੜੇ ਕਾਰਨ ਨੇ, ਕਿਹੜੇ ਕਿਹੜੇ ਹਾਲਾਤ ਨੇ। ਅਦਰਵਾਈਜ਼ ਜੇ ਕੋਈ ਇਦਾਂ ਦੇ ਹਾਲਾਤ ਨਾ ਹੋਣ ਤਾਂ ਕੋਰਟ ਵੱਲੋਂ ਜਿਹੜਾ ਦੂਜੀ ਪਾਰਟੀ ਨੂੰ ਨੋਟਿਸ ਦੇ ਕੇ ਉਹਨੂੰ ਸੁਣ ਕੇ ਹੀ ਇੰਜੈਕਸ਼ਨ ਜਾਰੀ ਕੀਤਾ ਜਾਂਦਾ ਹੈ। The court shall record the reasons for its opinion that the object of granting the injunction would be defeated by delay and require the applicant की applicant ਨੂੰ ਕੀ ਕਿਹਾ ਜਾਏਗਾ to deliver to the opposite party ਨੂੰ deliver ਕਰਨਾ ਹੈ। applicant ਨੇ ਕੀ ਕਰਨਾ ਹੈ deliver ਉਸਨੂੰ to send to him by the registered post immediately after the order granting the injunction। ਜਦੋਂ ਕੋਰਟ ਨੇ ਬਗੈਰ ਨੋਟਿਸ ਜਾਰੀ ਕੀਤੇ ਕੋਈ ਇੰਜੈਕਸ਼ਨ ਜਾਰੀ ਕਰ ਦਿੱਤਾ, ਠੀਕ ਹੈ, ਤਾਂ ਜਿਹੜੀ ਆਪੋਜ਼ਿਟ ਪਾਰਟੀ ਨੂੰ ਜਿਹੜਾ ਹੈਗਾ ਮਤਲਬ ਕਿ ਆਰਡਰ ਦੀ ਕਾਪੀ ਨਾਲ ਦੀ ਨਾਲ ਜਿਹੜੀ ਹੈਗੀ ਹੈ ਇਹ ਪਲੈਂਟਿਫ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਆਰਡਰ ਦੇਣ ਦੀ। ਉਹਦੇ ਨਾਲ ਨਾਲ ਕੀ ਅਟੈਚ ਹੋਏਗਾ, ਐਪਲੀਕੇਸ਼ਨ ਅਟੈਚ ਹੋਏਗੀ, ਕੰਪਲੇਂਟ ਅਟੈਚ ਹੋਏਗੀ ਤੇ ਨਾਲ ਹੀ ਹਲਫਾ ਬਿਆਨ ਅਟੈਚ ਹੋਏਗਾ। ਕਾਪੀਜ਼ ਆਫ ਦਾ ਡਾਕੂਮੈਂਟ ਜਿਸ ਦੇ ਆਧਾਰ ਤੇ ਉਸਨੇ ਜਿਹੜੇ ਡਾਕੂਮੈਂਟ ਪੇਸ਼ ਕਰਕੇ ਜਿਹੜੀ ਮਤਲਬ ਕਿ ਸਟੇ ਲਈ ਹੈਗੀ ਹੈ ਪਾਰਟੀ ਨੇ, ਠੀਕ ਹੈ, ਉਹ ਸਾਰੇ ਦੇ ਸਾਰੇ ਡਾਕੂਮੈਂਟ ਹੈਗੇ ਨੇ, ਹਲਫਾ ਬਿਆਨ, ਕੰਪਲੇਂਟ ਦੀ ਕਾਪੀ ਤੇ ਡਾਕੂਮੈਂਟਸ ਜਿਹੜੇ ਕੰਪਲੇਂਟ ਦੇ ਨਾਲ ਲਗਾਏ ਨੇ, ਇਹ ਸਾਰੇ ਕਾਪੀ ਜਿਹੜੀ ਟੋਟਲ ਹੈਗੀ ਹੈ ਇਹ ਆਪੋਜ਼ਿਟ ਪਾਰਟੀ ਨੂੰ ਡਿਲੀਵਰ ਕਰੇਗੀ ਪਲੈਂਟਿਫ ਪਾਰਟੀ। ਤੇ ਹੋਰ ਕੀ ਹੈਗਾ ਟੂ ਫਾਈਲ on the day on which such injunction is granted or on the day immediately following that day an affidavit stating that the copies aforesaid। ਜਦੋਂ ਅਗਲੀ ਡੇਟ ਆ ਗਈ, ਅਗਲੀ ਡੇਟ ਦੇ ਉੱਪਰ ਫਿਰ ਹਲਫਾ ਬਿਆਨ ਪੇਸ਼ ਕਰੇਗੀ ਐਪਲੀਕੈਂਟ ਪਾਰਟੀ ਵੀ ਮੈਨੇ ਜਿਹੜੀ ਇਹ ਕਾਪੀ ਦਿੱਤੀ ਹੈ ਸਾਰੀਆਂ ਕਾਪੀਆਂ, ਇੰਜੈਕਸ਼ਨ ਦੀ ਕਾਪੀ, ਜੇ ਟੈਂਪਰੇਰੀ ਇੰਜੈਕਸ਼ਨ ਮਿਲਿਆ ਉਹਦੀ ਕਾਪੀ ਤੇ ਨਾਲ ਸਾਰੀਆਂ ਕਾਪੀਆਂ, ਪਲੇਨ ਦੀ ਕਾਪੀ, ਠੀਕ ਹੈ, ਤੇ ਪਲੇਨ ਦੀ ਕਾਪੀ, ਹਲਫਾ ਬਿਆਨ ਤੇ ਡਾਕੂਮੈਂਟ ਜਿਹੜੇ ਨਾਲ ਅਟੈਚ ਕੀਤੇ ਨੇ ਵੀ ਮੈਨੇ ਉਸਨੂੰ ਸੈਂਡ ਕਰ ਦਿੱਤੇ ਨੇ ਡਿਫੈਂਡੈਂਟ ਪਾਰਟੀ ਨੂੰ, ਤਾਂ ਕਿ ਡਿਫੈਂਡੈਂਟ ਪਾਰਟੀ ਆਪਣਾ ਉਹਦੇ ਅਕੋਰਡਿੰਗ ਰਿਪਲਾਈ ਦੇ ਸਕੇ ਅੱਗੇ 3H ਕੀ ਕਿਹਾ ਗਿਆ, ਤਾਂ ਕੋਰਟ ਟੂ ਡਿਸਪੋਜ਼ ਆਫ ਦਾ ਐਪਲੀਕੇਸ਼ਨ ਫਾਰ ਇੰਜੈਕਸ਼ਨ ਵਿਦਿਨ 30 ਡੇਜ਼। ਦੇਖੋ ਐਪਲੀਕੈਂਟ ਪਾਰਟੀ ਨੇ ਅਰਜੀ ਦਿੱਤੀ ਮੈਨੂੰ ਟੈਂਪਰੇਰੀ ਇੰਜੈਕਸ਼ਨ ਦਿੱਤਾ ਜਾਵੇ, ਟੈਂਪਰੇਰੀ ਇੰਜੈਕਸ਼ਨ ਨੂੰ ਫਿਰ ਕੇ ਪਰਮਾਨੈਂਟ ਇੰਜੈਕਸ਼ਨ ਬਣ ਜਾਂਦਾ ਹੈ। ਉਹਦੇ ਲਈ ਕੀ ਹੁੰਦਾ, ਕੋਰਟ ਵੱਲੋਂ ਆਰਡਰ ਜਾਰੀ ਕੀਤਾ ਜਾਂਦਾ ਹੈ 30 ਡੇਜ਼ ਦੇ ਅੰਦਰ ਕੋਰਟ ਨੇ ਇਹ ਜਿਹੜੀ ਐਪਲੀਕੇਸ਼ਨ ਹੈ ਇਹਨੂੰ ਡਿਸਪੋਜ਼ ਆਫ ਕਰਨਾ ਹੁੰਦਾ ਹੈ। ਜਦੋਂ ਟੈਂਪਰੇਰੀ ਇੰਜੈਕਸ਼ਨ ਵਿਦਆਊਟ ਦਾ ਨੋਟਿਸ ਟੂ ਦਾ ਅਦਰ ਪਾਰਟੀ ਕੋਰਟ ਵੱਲੋਂ ਟੈਂਪਰੇਰੀ ਇੰਜੈਕਸ਼ਨ ਜਾਰੀ ਕਰ ਦਿੱਤਾ ਤਾਂ ਫਿਰ ਐਪਲੀਕੇਸ਼ਨ ਡਿਸਾਈਡ ਨਾ ਹੋਈ ਹੈ। ਜੇ ਐਪਲੀਕੇਸ਼ਨ ਡਿਸਾਈਡ ਉਦੋਂ ਹੋਏਗੀ ਜਦੋਂ ਆਪੋਜ਼ਿਟ ਪਾਰਟੀ ਆ ਕੇ ਆਪਣੀ ਰਿਪਲਾਈ ਦੇਵੇਗੀ, ਠੀਕ ਹੈ, ਆਪੋਜ਼ਿਟ ਪਾਰਟੀ ਜਦੋਂ ਰਿਪਲਾਈ ਦੇਗੀ ਆ ਕਿ ਫਿਰ ਦੋਨੋਂ ਪਾਰਟੀ ਨੂੰ ਸੁਣਿਆ ਜਾਏਗਾ, ਉਸ ਤੋਂ ਬਾਅਦ ਦੇਖਿਆ ਜਾਏਗਾ ਵੀ ਕੀ ਇਹ ਜਿਹੜੀ ਸਟੇ ਹੈਗੀ ਇਹਨੂੰ ਰੈਗੂਲਰ ਕੀਤਾ ਜਾਣਾ ਹੈ ਜਾਂ ਇਹਨੂੰ ਰੱਦ ਕਰ ਦਿੱਤਾ ਜਾਂਦਾ ਹੈ। ਜਿਸਦਾ ਰੀਜ਼ਨਸ ਠੀਕ ਹੈਗੇ ਆ ਪਲੈਂਟ ਪਾਰਟੀ ਦੇ ਤਾਂ ਜਿਹੜੀ ਹੈਗੀ ਹੈ ਐਪਲੀਕੇਸ਼ਨ ਜਿਹੜੀ ਸਟੇ ਕੰਟੀਨਿਊ ਕਰ ਦਿੱਤੀ ਜਾਂਦੀ ਹੈ, ਯਾਨੀ ਕਿ ਜਿਹੜੀ ਐਪਲੀਕੇਸ਼ਨ ਹੈ ਇੰਜੈਕਸ਼ਨ ਦੀ ਇਹਦੀ ਫਾਈਨਲ ਜਿਹੜੀ ਹੈਗੀ ਐਡਜੂਡੀਕੇਸ਼ਨ ਜਿਹੜੀ ਹੈਗੀ ਆ ਫਾਈਨਲ ਡਿਸੀਜਨ ਕਰਨਾ ਹੁੰਦਾ ਇਹਦੇ ਉੱਪਰ 30 ਦਿਨ ਦੇ ਅੰਦਰ where an injunction has been granted without giving notice to the opposite party, the court shall make an endeavor to finally dispose of the application within 30 days from the date on which the injunction was granted। ਜਿੱਦਣ ਇੰਜੈਕਸ਼ਨ ਟੈਂਪਰੇਰੀ ਇੰਜੈਕਸ਼ਨ ਗ੍ਰਾਂਟ ਕਰ ਦਿੱਤਾ ਉਸ ਤੋਂ 30 ਦਿਨ ਦੇ ਅੰਦਰ ਇਸ ਐਪਲੀਕੇਸ਼ਨ ਨੂੰ ਫਾਈਨਲੀ ਤੌਰ ਤੇ ਡਿਸਾਈਡ ਕਰਨਾ ਹੁੰਦਾ ਹੈ ਦੂਜੀ ਪਾਰਟੀ ਆਪੋਜ਼ਿਟ ਪਾਰਟੀ ਦੀ ਉਹ ਲੈ ਕੇ ਰਿਟਨ ਸਟੇਟਮੈਂਟ ਲੈ ਕੇ। and where it is unable to so to do it shall record its reasons for such inability। ਜੇ ਕੋਰਟ ਵੱਲੋਂ 30 ਦਿਨ ਦੇ ਅੰਦਰ ਫੈਸਲਾ ਨਹੀਂ ਹੁੰਦਾ ਤਾਂ ਕੋਰਟ ਦੱਸੇਗੀ ਵੀ ਰੀਜ਼ਨ ਕੀ ਹੈਗਾ। ਨੈਕਸਟ ਰੂਲ ਨੰਬਰ 4 ਕੀ ਕਿਹਾ ਗਿਆ, ਆਰਡਰ ਫਾਰ ਇੰਜੈਕਸ਼ਨ ਮੇ ਬੀ ਡਿਸਚਾਰਜਡ, ਵੇਰੀਡ ਔਰ ਸੈਟ ਅਸਾਈਡ। ਜਿਹੜਾ ਇੰਜੈਕਸ਼ਨ ਆਰਡਰ ਜਾਰੀ ਕਰਤਾ ਕੋਰਟ ਨੇ ਕਿਸੇ ਵੀ ਸਟੇਜ ਤੇ ਦੂਜੀ ਪਾਰਟੀ ਜਦੋਂ ਆ ਕੇ ਦੱਸਦੀ ਹੈ ਜਾਂ ਕੋਰਟ ਨੂੰ ਖੁਦ ਲੱਗਦਾ ਹੈਗਾ ਇਸ ਗੱਲ ਦੇ ਵਿੱਚ ਵੀ ਇਹ ਜਿਹੜੇ ਆਰਡਰ 'ਚ ਕੁਛ ਇਹ ਗਲਤ ਦਿੱਤਾ ਗਿਆ, ਡਿਸਚਾਰਜ ਵੀ ਕਰ ਸਕਦੀ ਹੈ ਉਸ ਆਰਡਰ ਨੂੰ, ਉਹਦੇ 'ਚ ਕੋਈ ਵੈਰੀਫਿਕੇਸ਼ਨ ਵੀ ਕਰ ਸਕਦੀ ਹੈ, ਸੈਟ ਸਾਈਡ ਵੀ ਕੀਤਾ ਜਾ ਸਕਦਾ ਹੈ। ਐਨੀ ਆਰਡਰ ਫਾਰ ਐਨ ਇੰਜੈਕਸ਼ਨ ਮੇ ਬੀ ਡਿਸਚਾਰਜਡ ਔਰ ਵੇਰੀਡ ਔਰ ਸੈਟ ਅਸਾਈਡ ਬਾਈ ਦਾ ਕੋਰਟ ਔਨ ਦ ਐਪਲੀਕੇਸ਼ਨ ਮੇਡ thereto by any party dissatisfied with such order। ਕਿਸੇ ਵੀ ਪਾਰਟੀ ਵੱਲੋਂ ਕੋਈ ਅਰਜ਼ੀ ਦਿੱਤੀ ਜਾਂਦੀ ਹੈ ਉਹਦੀ ਗੱਲ ਸੁਣ ਕੇ ਜੇ ਕੋਰਟ ਨੂੰ ਲੱਗਦਾ ਹੈ ਕੋਈ ਅਮੈਂਡਮੈਂਟ ਕੀਤੀ ਜਾਣੀ ਬਣਦੀ ਹੈ ਤਾਂ ਕੀਤੀ ਜਾ ਸਕਦੀ ਹੈ।
provided ਨਾਲ ਫਿਰ proviso ਆ ਗਈ that if an application for the temporary injunction or in any affidavit supporting such application a party has knowingly made a false or misleading statement ਜੇ ਟੈਂਪਰੇਰੀ ਇੰਜੈਕਸ਼ਨ ਲੈਣ ਦੇ ਵੇਲੇ ਕਿਸੇ ਪਾਰਟੀ ਨੇ false or misleading statement in relation to the material particulars and the injunction was granted without giving notice to the opposite party false statement ਦਿੱਤੀ ਹੈ ਠੀਕ ਹੈ ਤੇ ਕੋਰਟ ਨੂੰ ਗੁੰਮਰਾਹ ਕੀਤਾ ਅਸੀਂ ਇਹ ਕਹਿ ਲਈਏ the court shall vacate the injunction unless for the reasons to be recorded it considers that it is not necessary to do in the interest of the justice ਤਾਂ ਜੇ ਕੋਰਟ ਹੈਗੀ ਹੈ ਤਾਂ ਉਸ ਨੂੰ ਮਤਲਬ ਕਿ ਵਿਕੇਟ ਵੀ ਕਰ ਸਕਦੀ ਹੈ ਜੇ ਕੋਰਟ ਨੂੰ ਲੱਗਿਆ ਵੀ ਇਹ ਜਿਹੜੀਆਂ ਸਟੇਟਮੈਂਟਸ ਉਹਨੇ ਫਾਲਸ ਦਿੱਤੀਆਂ ਨੇ ਤੇ ਗਲਤ ਤਰੀਕੇ ਦੇ ਨਾਲ ਕੋਰਟ ਨੂੰ ਗੁੰਮਰਾਹ ਕਰਕੇ ਇੰਜੈਕਸ਼ਨ ਲਿਆ ਗਿਆ ਹੈਗਾ ਦੂਜੀ ਪਾਰਟੀ ਜਦੋਂ ਜਾ ਕੇ ਦੱਸਦੀ ਹੈਗੀ ਹੈ ਤਾਂ ਜੇ ਕੋਰਟ ਸੈਟੀਸਫਾਈ ਹੁੰਦੀ ਹੈ ਤਾਂ ਉਸ ਨੂੰ ਵਿਕੇਟ ਕੀਤਾ ਜਾ ਸਕਦਾ ਹੈ ਪ੍ਰੋਵਾਈਡਡ ਫਰਦਰ ਫਿਰ ਹੈਗਾ where an order for the injunction has been passed after giving to a party an opportunity of being heard ਜਦੋਂ ਕੋਈ ਨੋਟਿਸ ਜਾਰੀ ਜਦੋਂ ਕੋਈ ਜਿਹੜਾ ਸਟੇ ਆਰਡਰ ਹੈ ਦੂਜੀ ਪਾਰਟੀ ਨੂੰ ਨੋਟਿਸ ਦੇਣ ਤੋਂ ਬਾਅਦ ਜਾਰੀ ਕੀਤਾ ਜਾਂਦਾ ਹੈ the order shall not be discharged ਤਾਂ ਫਿਰ ਇਹ ਜਿਹੜਾ ਆਰਡਰ ਹੈ ਡਿਸਚਾਰਜ ਨਹੀਂ ਹੋਏਗਾ ਨਾ ਵੇਰੀ ਹੋਏਗਾ ਨਾ ਸੈਟੀਸਫਾਈਡ ਹੋਏਗਾ on the application of the that party except where such discharge variation or satisfied has been necessitated by a change in the circumstances ਜਦੋਂ ਤੱਕ ਕੋਰਟ ਨੂੰ ਲੱਗਦਾ ਹੈ ਜਦੋਂ ਕੋਰਟ ਨੂੰ ਸੁਣ ਕੇ ਜਾਰੀ ਕੀਤਾ ਗਿਆ ਆਰਡਰ ਹੈ ਸਟੇ ਦਾ ਤਾਂ ਇਹ ਜਲਦੀ ਮਤਲਬ ਕਿ ਫਿਰ ਇਹਦੀ ਕੋਈ ਅਮੈਂਡਮੈਂਟ ਨਹੀਂ ਕੀਤੀ ਜਾ ਸਕਦੀ ਜੇਕਰ ਕੋਰਟ ਲੱਗਦਾ ਕੋਰਟ ਨੂੰ ਵੀ ਬਾਕੀ ਕੋਈ ਨਾ ਕੋਈ ਕਿਤੇ ਗੜਬੜ ਹੈਗੀ ਹੈ ਤਾਂ ਫਿਰ ਆਰਡਰ ਹੈਜ਼ ਕਾਸਡ ਅਨਡਿਊ ਹਾਰਡਸ਼ਿਪ ਟੂ ਦ ਅਦਰ ਪਾਰਟੀ ਜਦੋਂ ਕੋਰਟ ਨੂੰ ਲੱਗਦਾ ਵੀ ਇਹ ਨਹੀਂ ਇਹਦਾ ਦੂਜੀ ਪਾਰਟੀ ਨੂੰ ਕੋਈ ਜ਼ਿਆਦਾ ਨੁਕਸਾਨ ਹੋ ਸਕਦਾ ਤਾਂ ਕੋਰਟ ਵੱਲੋਂ ਕੀਤਾ ਜਾ ਸਕਦਾ ਹੈ ਮਤਲਬ ਜਿਹੜਾ ਸਾਡਾ ਲਾਅ ਹੈਗਾ ਬਹੁਤ ਫਲੈਕਸੀਬਲ ਹੈਗਾ ਕੋਰਟ ਦੀ ਜੂਰਿਸਡਿਕਸ਼ਨ ਕਾਫੀ ਦੇ ਵਿੱਚ ਜੇ ਕੋਰਟ ਨੂੰ ਲੱਗਦਾ ਹੈਗਾ ਵੀ ਕੋਈ ਕੰਮ ਹੈਗਾ ਜਿਹੜਾ ਕੀਤਾ ਜਾਣਾ ਬਣਦਾ ਜ਼ਰੂਰੀ ਹੈ ਤਾਂ ਕੋਰਟ ਵੱਲੋਂ ਸੈਕਸ਼ਨ 151 ਨੂੰ ਵਰਤਦੇ ਹੋਏ ਕੀਤਾ ਜਾ ਸਕਦਾ ਹੁੰਦਾ ਹੈ ਨੈਕਸਟ ਹੈ ਰੂਲ 5 ਇੰਜੈਕਸ਼ਨ ਟੂ ਦਾ ਕਾਰਪੋਰੇਸ਼ਨ ਬਾਈਂਡਿੰਗ ਔਨ ਇਟਸ ਆਫੀਸਰਸ ਕਈ ਵਾਰੀ ਪਾਰਟੀ ਜਿਹੜੀ ਹੁੰਦੀ ਕੋਈ ਕਾਰਪੋਰੇਸ਼ਨ ਹੋ ਸਕਦੀ ਹੈ ਇੱਥੇ ਨਾਲ ਹੀ ਕਿਹਾ ਗਿਆ ਵੀ ਜੇਕਰ ਕਿਸੇ ਕਾਰਪੋਰੇਸ਼ਨ ਦੇ ਖਿਲਾਫ ਕੋਈ ਇੰਜੈਕਸ਼ਨ ਹੈਗਾ ਤਾਂ ਨਾਲ ਹੀ ਨਾਲ ਉਹਦੇ ਜਿਹੜੇ ਮੈਂਬਰਸ ਨੇ ਕਾਰਪੋਰੇਸ਼ਨ ਜਿਹੜੇ ਉਸ ਪ੍ਰਾਪਰਟੀ ਨੂੰ ਹੋਲਡ ਕਰਦੇ ਆ ਤਾਂ ਉਹਨਾਂ ਉੱਪਰ ਵੀ ਇਹ ਲਾਗੂ ਹੋ ਜਾਂਦਾ ਹੈ interlocutory orders power to order interim sale the court may on the application of any party to a suit order the sale by any person named in such order and in such manner and on such terms as it thinks fit of any movable property being subject matter of such suit ਕਿਸੇ movable property ਦੀ ਗੱਲ ਕੀਤੀ ਗਈ ਹੈ movable property ਕਿਹੜੀ ਗੱਲ ਕੀਤੀ ਗਈ ਹੈ movable property ਜਿਵੇਂ ਕੋਈ ਪ੍ਰੋਡਿਊਸ ਹੈਗੀ ਹੈ ਉਹ ਸੜ ਜੇ ਗਲ ਜੇਗੀ ਸੁੱਕ ਜੇਗੀ ਮਤਲਬ ਕਿ ਝੜ ਜੇਗੀ ਜੇ ਕੋਈ ਕਣਕ ਖੜੀ ਹੈ ਜੇ ਉਹਨੂੰ ਨਹੀਂ ਕੱਟਾਂਗੇ ਟਾਈਮ ਸਿਰ ਠੀਕ ਹੈ ਤਾਂ ਉਹ ਖਰਾਬ ਹੋ ਜੇਗੀ ਇੱਦਾਂ ਦੀ ਕੋਈ ਮਤਲਬ ਕਿ ਅਟੈਚਮੈਂਟ ਹੋਈ ਪ੍ਰੋਪਰਟੀ ਹੈਗੀ ਹੈ the court may on the application of any party to a suit order the sale by any person named in such order and in such manner and on such terms and the things fit of any movable property being the subject matter of the suit or attached before the judgment in suit which is subject to speedy and natural decay ਕੁਦਰਤੀ ਤੌਰ ਤੇ ਕੋਈ ਮਤਲਬ ਕਿ ਜਿਵੇਂ ਮੰਨ ਲਓ ਕੋਈ ਫਲ ਨੇ ਅਟੈਚ ਕੀਤੇ ਗਏ ਨੇ ਗਲ ਜਾਣਗੇ ਸੜ ਜਾਣਗੇ ਜੇ ਉਹਨੂੰ ਪ੍ਰੋਪਰ ਟਾਈਮ ਸਿਰ ਉਹਨਾਂ ਨੂੰ ਡਿਸਪੋਜ਼ ਆਫ ਨਾ ਕੀਤਾ ਗਿਆ ਔਰ which of any other just and sufficient cause it may be desirable to have sold at once ਜ਼ਰੂਰਤ ਹੈ ਵੀ ਇਹਨੂੰ ਇਮੀਡੀਏਟਲੀ ਇਸ ਨੂੰ ਮਤਲਬ ਕਿ ਵੇਚਿਆ ਜਾਣਾ ਚਾਹੀਦਾ ਹੈਗਾ ਤਾਂ ਕੋਰਟ ਵੱਲੋਂ ਜਿਹੜਾ ਇੰਟਰਮ ਆਰਡਰ ਜਾਰੀ ਕੀਤਾ ਜਾ ਸਕਦਾ ਹੈ ਇਹਨੂੰ ਇਸ ਨੂੰ ਕੀ ਕਹਿੰਦੇ ਨੇ ਇੰਟਰਲੌਕਟਰੀ ਆਰਡਰ ਕਿਹਾ ਜਾਂਦਾ ਹੈ ਰੂਲ ਨੰਬਰ 7 ਚ ਕੀ ਕਿਹਾ ਗਿਆ ਡਿਟੈਂਸ਼ਨ ਪ੍ਰੀਜ਼ਰਵੇਸ਼ਨ inspection etc of the subject matter of the suit the court may on the application of any party to a suit make an order for the detention preservation or inspection of any property ਕਿਸੇ ਪ੍ਰਾਪਰਟੀ ਨੂੰ ਡਿਟੇਨ ਕਰਕੇ ਉਹਨੂੰ ਮਤਲਬ ਕਿ ਪ੍ਰੀਜ਼ਰਵ ਕੀਤਾ ਜਾ ਸਕਦਾ ਹੈ ਤਾਂ ਜਾਂ ਫਿਰ ਉਸ ਦੀ ਕੋਈ ਇਨਸਪੈਕਸ਼ਨ ਦੂਜਾ ਬੰਦਾ ਜਿਹੜਾ ਕੋਈ ਉਹਦੀ ਇਨਸਪੈਕਸ਼ਨ ਵੀ ਕੀਤੀ ਜਾ ਸਕਦੀ ਹੈ ਪ੍ਰਾਪਰਟੀ ਦੀ ਵਿਚ ਇਜ਼ ਸਬਜੈਕਟ ਮੈਟਰ ਜਾਂ ਕਿਸੇ ਵਿਅਕਤੀ ਨੂੰ ਆਥੋਰਾਈਜ਼ ਕੀਤਾ ਜਾ ਸਕਦਾ ਹੈਗਾ ਆਥੋਰਾਈਜ਼ ਐਨੀ ਪਰਸਨ ਟੂ ਐਂਟਰ ਅਪਨ or into any land or building in the possession of any other party
ਕਿਸੇ ਹੋਰ ਪਾਰਟੀ ਦੇ ਕਬਜ਼ੇ 'ਚ ਕੋਈ ਜ਼ਮੀਨ ਹੈਗੀ ਹੈ, ਉਸ ਨੂੰ ਦੇਖਣਾ ਕਰਨਾ ਹੈਗਾ ਵੀ ਇਹਦੀ ਵੈਲਿਊ ਕੀ ਹੈ। ਇੱਦਾਂ ਦੇ ਲਈ ਕਿਸੇ ਵਿਅਕਤੀ ਨੂੰ ਅਥੋਰਾਈਜ਼ ਵੀ ਕੀਤਾ ਜਾ ਸਕਦਾ ਹੈ। ਫਿਰ ਅਥੋਰਾਈਜ਼ ਐਨੀ ਸੈਂਪਲ ਜਾਂ ਕੋਈ ਪ੍ਰੋਪਰਟੀ ਇੱਦਾਂ ਦੀ ਹੈਗੀ ਹੈ, ਕੋਈ ਜਿਹਦਾ ਕੋਈ ਸੈਂਪਲ ਲਿਆ ਜਾ ਸਕਦਾ ਹੋਵੇ, ਸੈਂਪਲ ਲੈਣ ਦੇ ਲਈ ਵੀ ਠੀਕ ਹੈ ਕਿਸੇ ਵਿਅਕਤੀ ਨੂੰ ਅਥੋਰਾਈਜ਼ ਕੋਰਟ ਵੱਲੋਂ ਕੀਤਾ ਜਾ ਸਕਦਾ ਹੈ। The provisions as to the execution of the process shall apply। ਉਹੀ ਪ੍ਰੋਵੀਜ਼ਨ ਜਿਹੜੀ ਐਗਜੀਕਿਊਸ਼ਨ ਦੇ ਲਈ ਅਸੀਂ ਯੂਜ਼ ਕਰਦੇ ਹਾਂ, ਸੈਕਸ਼ਨ ਆਰਡਰ 21 ਜਿਹੜਾ ਯੂਜ਼ ਕੀਤਾ ਜਾਂਦਾ ਹੈ। ਆਰਡਰ 21 ਦੇ ਵਿੱਚ ਜੋ ਵੀ ਪ੍ਰੋਸੈਸ ਹੈਗਾ ਉਹ ਪ੍ਰੋਸੈਸ ਹੀ ਅਡੋਪਟ ਕੀਤਾ ਜਾ ਸਕਦਾ ਹੈ ਕਿਸੇ ਪ੍ਰੋਪਰਟੀ ਨੂੰ ਅਟੈਚਮੈਂਟ ਕਰਕੇ, ਜਦੋਂ ਤੁਸੀਂ ਕੋਈ ਸੇਲ ਵਗੈਰਾ ਕਰਨੀ ਹੋਵੇ ਤਾਂ। Application for such order to be after notice, an application by the plaintiff for an order under Rule 6 and 7 may be made at any time after the institution of the suit। ਜਦੋਂ ਮੁਕੱਦਮਾ ਦਾਇਰ ਹੋ ਗਿਆ ਉਸ ਤੋਂ ਬਾਅਦ ਕਿਸੇ ਵੀ ਸਟੇਜ ਤੇ ਅਰਜ਼ੀ ਦਿੱਤੀ ਜਾ ਸਕਦੀ ਹੈ ਐਪਲੀਕੈਂਟ ਵੱਲੋਂ। an application by the defendant for like order may be made at any time after appearance। ਪੇਸ਼ ਕਰ ਦਿੱਤੀ ਜਾਂਦੀ ਹੈ। ਡਾਇਰੈਕਟ ਨੋਟਿਸ thereof to be given to the opposite party। ਜਿਵੇਂ ਕੋਰਟ ਵੱਲੋਂ ਜਿਹੜਾ ਨੋਟਿਸ ਹੈ ਦੂਜੀ ਪਾਰਟੀ ਨੂੰ ਦਿੱਤਾ ਜਾਂਦਾ ਵੀ ਕਿਉਂ ਨਾ ਇਹ ਪ੍ਰੋਪਰਟੀ ਸੀਲ ਕਰ ਦਿੱਤੀ ਜਾਵੇ। When party may be put in immediate possession of the land of the subject matter of the suit। ਕਿਹੜੇ ਹਾਲਾਤਾਂ ਦੇ ਵਿੱਚ ਕੋਈ ਪ੍ਰੋਪਰਟੀ ਜਿਹੜੀ ਹੈਗੀ ਹੈ ਉਹਦਾ ਕਬਜ਼ਾ ਦੂਜੀ ਪਾਰਟੀ ਨੂੰ ਦਿੱਤਾ ਜਾਂਦਾ ਹੁੰਦਾ ਹੈ। where the land paying revenue to the government। ਜਦੋਂ ਕੋਈ ਲੈਂਡ ਹੈਗੀ ਹੈ ਉਹਦਾ ਕੋਈ ਰੈਵਨਿਊ ਪੇ ਕਰਨਾ ਗਵਰਨਮੈਂਟ ਦੇ ਖਾਤੇ ਦੇ ਵਿੱਚ। where the land paying revenue to the government or a tenure liable to sale is subject matter of a suit if the party in possession of such land or tenure neglects to pay the government revenue। ਔਰ ਰੈਂਟ ਜਦੋਂ ਕੋਈ ਪਾਰਟੀ ਨੂੰ ਜ਼ਮੀਨ ਦਿੱਤੀ ਜਾਂਦੀ ਹੈ ਕਿਸੇ ਰੈਵਨਿਊ ਵਗੈਰਾ ਪੇ ਕਰਨ ਦੇ ਲਈ, ਉਹ ਨਹੀਂ ਪੇ ਕਰਦੀ ਟਾਈਮ ਸਿਰ, ਤਾਂ ਉਦੋਂ ਜਿਹੜਾ ਕਬਜ਼ਾ ਲੈ ਕੇ ਦੂਜੀ ਪਾਰਟੀ ਨੂੰ ਦਿੱਤਾ ਜਾ ਸਕਦਾ ਹੈ। ਇਹਦੇ ਵਿੱਚ ਕਿਹਾ ਗਿਆ ਅਪੋਨ ਦਾ ਪੇਮੈਂਟ ਆਫ ਦਾ ਰੈਵਨਿਊ or rent due previously to the sale with or without the security at the discretion of the court be put in the immediate possession of the land or tenure। ਦੂਜੀ ਪਾਰਟੀ ਜਿਹੜੀ ਕਬਜ਼ੇ ਜਿਹੜੀ ਨੈਗਲੈਕਟ ਪਾਰਟੀ ਹੋਗੀ ਉਹ ਤੋਂ ਪੋਜੀਸ਼ਨ ਲੈ ਕੇ ਦੂਜੀ ਪਾਰਟੀ ਨੂੰ ਕਬਜ਼ਾ ਦਿੱਤਾ ਜਾ ਸਕਦਾ ਹੁੰਦਾ ਲੈਂਡ ਦਾ, ਜਦੋਂ ਕੋਈ ਅਸੀਂ ਏਰੀਆ ਆਫ ਲੈਂਡ ਰੈਵਨਿਊ ਵਗੈਰਾ ਕਿਸ ਤੋਂ ਲੈਣੇ ਹੁੰਦੇ ਆ। ਡਿਪੋਜ਼ਿਟ ਆਫ ਮਨੀ ਐਟਸਾ ਇਨ ਦਾ ਕੋਰਟ where the subject matter of the suit is money, some other thing capable of the delivery of any property thereto admits that the holds such money or trustee for another part, the court may order the same to be deposited in the court। ਜਿਹੜੀ ਮਨੀ ਤਾਂ ਕੋਰਟ ਵੱਲੋਂ ਮਤਲਬ ਕਿ ਫੈਸਲਾ ਹੋਣ ਤੱਕ ਜਿਹੜੀ ਅਮਾਊਂਟ ਹੈਗੀ ਹੈ ਕੋਰਟ ਦੇ ਕੋਲੇ ਰਹਿ ਸਕਦੀ ਹੈ, ਕੋਰਟ ਦੇ ਖਾਤੇ 'ਚ ਜਮ੍ਹਾਂ ਕਰਾਈ ਜਾ ਸਕਦੀ ਹੁੰਦੀ ਹੈ। ਫੈਸਲਾ ਹੋਣ ਤੋਂ ਬਾਅਦ ਕੰਸਰਨ ਪਾਰਟੀ ਨੂੰ ਦਿੱਤੀ ਜਾਂਦੀ ਹੈ। 40 ਸਾਰਾ ਆਪਣੇ ਸਿਲੇਬਸ ਵਿੱਚ ਨਹੀਂ ਹੈਗਾ। ਕਮਿਸ਼ਨ ਦੀ ਗੱਲ ਕੀਤੀ ਹੈ। ਨੈਕਸਟ ਆ ਗਿਆ ਆਰਡਰ 41। ਇਹ ਬਹੁਤ ਇੰਪੋਰਟੈਂਟ ਆਰਡਰ ਹੈ 41। ਅਪੀਲਸ ਫਰੋਮ ਦਾ ਓਰੀਜਨਲ ਡਿਗਰੀਜ਼। ਡਿਗਰੀ ਪਾਸ ਹੋ ਗਈ, ਡਿਗਰੀ ਪਾਸ ਹੋਣ ਤੋਂ ਬਾਅਦ ਅਸੀਂ ਅਪੀਲ ਫਾਈਲ ਕਰਦੇ, ਕੋਈ ਪਾਰਟੀ ਪਲੈਂਟਿਵ ਪਾਰਟੀ ਮੇ ਵੀ ਡਿਫੈਂਡੈਂਟ ਪਾਰਟੀ ਹੁੰਦੀ ਹੈ। ਜਦੋਂ ਅਪੀਲ ਜਾਂਦੇ ਹਾਂ ਅਸੀਂ ਇਹ ਆਰਡਰ 41 ਦੇ ਤਹਿਤ ਜਿਹੜੀਆਂ ਅਪੀਲਾਂ ਫਾਈਲ ਕੀਤੀਆਂ ਜਾਂਦੀਆਂ ਨੇ। ਫਾਰਮ ਆਫ ਅਪੀਲ ਕੀ ਹੁੰਦੀ ਹੈ, ਇਹਨੂੰ ਕੀ ਇਹਨੇ ਮੈਮੋਰੰਡਮ ਕਹਿੰਦੇ ਆ। ਮੈਮੋਰੰਡਮ ਆਫ ਅਪੀਲ ਜਿਹੜੀ ਪਾਰਟੀ ਅਪੀਲ ਫਾਈਲ ਕਰਦੀ ਹੈ। ਵਟ ਟੂ ਕੰਪਨੀ ਮੈਮੋਰੰਡਮ। ਇਸ ਮੈਮੋਰੰਡਮ ਦੇ ਨਾਲ ਕੀ ਮਤਲਬ ਸ਼ਾਮਲ ਕੀਤਾ ਜਾਂਦਾ ਹੈ। ਇਸ ਮੈਮੋਰੰਡਮ ਦੇ ਨਾਲ ਉਹ ਸ਼ਾਮਲ ਕੀਤਾ ਜਾਂਦਾ ਹੈ ਡਿਗਰੀ, ਜਿਸ ਡਿਗਰੀ ਦੇ ਅਗੇਂਸਟ ਅਸੀਂ ਅਪੀਲ ਫਾਈਲ ਕਰ ਰਹੇ ਹਾਂ। ਜੇਕਰ 4-5 ਕੋਰਟਾਂ, ਜੇਕਰ 4-5 ਮਤਲਬ ਕਿ ਜਜਮੈਂਟਸ ਦਾ ਇਕੱਠਾ ਇੱਕੋ ਹੀ ਫੈਸਲਾ ਕੀਤਾ ਗਿਆ ਹੋਵੇ, ਇੱਕ ਅਪੀਲ ਦੇ ਵਿੱਚ ਇੱਕ ਡਿਗਰੀ 'ਚ ਫੈਸਲਾ ਕਰ ਦਿੱਤਾ ਗਿਆ ਹੋਵੇ, 5-6 ਜਜਮੈਂਟਸ 5-6 ਕੋਰਟ ਕੇਸ ਨੇ ਇਕੱਠੇ ਹੀ ਫੈਸਲਾ ਕਰ ਦਿੱਤੇ ਗਏ ਹੋਣ ਇੱਕ ਆਰਡਰ ਦੇ ਵਿੱਚ, ਤਾਂ ਫਿਰ ਇਹ ਕਿਹਾ ਗਿਆ ਵੀ ਜਿਹੜੀ ਉਹਦੀ ਅਪੀਲ ਫਾਈਲ ਹੋਣੀ ਹੈ ਤਾਂ ਉਨੀਆਂ ਹੀ ਅਪੀਲਾਂ ਫਾਈਲ ਕੀਤੀਆਂ ਜਾਣਗੀਆਂ ਜਿੰਨੇ ਉਹ ਕੇਸਿਸ ਹੈਗੇ ਆ। ਮਤਲਬ ਇਹ ਨਹੀਂ ਵੀ ਇੱਕੋ ਹੀ ਅਪੀਲ ਫਾਈਲ ਕੇ ਸਰ ਜਾਏਗਾ, ਤਾਂ ਉਤਨੀ ਹੀ ਮਤਲਬ ਕਿ ਜਿੰਨੀਆਂ ਸੂਟ ਫੈਸਲਾ ਹੋਏ ਨੇ ਉਨੀਆਂ ਹੀ ਅਪੀਲਾਂ ਫਾਈਲ ਕੀਤੀਆਂ ਜਾਣਗੀਆਂ। ਕੰਟੈਂਟਸ ਆਫ ਦਾ ਮੈਮੋਰੰਡਮ। ਮੈਮੋਰੰਡਮ ਦੇ ਕੰਟੈਂਟਸ ਕੀ ਹੋਣਗੇ? ਦਾ ਮੈਮੋਰੰਡਮ ਸ਼ੈਲ ਸੈਟ ਫੋਰਥ ਕੰਸਾਈਜ਼ਲੀ, ਬਹੁਤ ਬਰੀਫਲੀ ਤੌਰ ਤੇ ਕੀ ਹੈ, ਅੰਡਰ ਡਿਸਟਿੰਕਟ ਹੈਡਸ, ਛੋਟੇ ਹੈਡ ਬਣਾ ਕੇ ਜਿਹੜੀਆਂ ਗਰਾਊਂਡਸ ਆਬਜੈਕਸ਼ਨਸ, ਜਿਹੜੇ ਆਬਜੈਕਸ਼ਨ ਨੇ ਤੁਹਾਡੇ ਕੀ ਗਰਾਊਂਡਸ ਹੈਗੀਆਂ ਨੇ, ਠੀਕ ਹੈ, ਉਹ ਦਿੱਤੀਆਂ ਜਾਣਗੀਆਂ ਛੋਟੇ ਪੈਰਾਂ ਦੇ ਵਿੱਚ।
ਵੇਅਰ ਦਾ ਅਪੀਲ ਇਜ਼ ਅਗੇਂਸਟ ਡਿਗਰੀ ਫॉर ਦਾ ਪੇਮੈਂਟ ਆਫ ਮਨੀ, ਜਿੱਥੇ ਮਨੀ ਦੀ ਗੱਲ ਕੀਤੀ ਹੈ, ਕੋਈ ਡਿਗਰੀ ਪਾਸ ਹੋਈ ਵੀ ਹੈ ਤਾਂ ਉੱਥੇ ਕੀ ਹੈ, ਤਾਂ ਉਹ ਜਿਹੜੀ ਅਮਾਊਂਟ ਹੈਗੀ ਹੈ, ਜਿੰਨੀ ਮੰਨ ਲਓ ਕਿਸੇ ਦੇ ਖਿਲਾਫ ਕੋਈ 1 ਲੱਖ ਰੁਪਏ ਦੀ ਡਿਗਰੀ ਦੀ ਅਮਾਊਂਟ ਡਿਗਰੀ ਪਾਸ ਹੋ ਗਈ ਤਾਂ ਉਹਦੀ ਅਪੀਲ ਫਾਈਲ ਕਰਨ ਤੋਂ ਪਹਿਲਾਂ ਉਹ 1 ਲੱਖ ਰੁਪਏ ਜਮ੍ਹਾਂ ਕਰਾਉਣਾ ਹੁੰਦਾ ਹੈ। ਅਪੀਲ ਕਰ ਤਾਂ ਕੀਤੀ ਜਾ ਸਕਦੀ ਜਾਂ ਫਿਰ ਉਹਦੀ ਕੁਝ ਸਿਕਿਉਰਿਟੀ ਦੇਣੀ ਹੁੰਦੀ ਹੈ ਕੋਰਟ ਦੇ ਵਿੱਚ। ਰੂਲ ਨੰਬਰ 2 ਚ ਕੀ ਹੈ, ਗਰਾਊਂਡਸ ਵਿਚ ਮੇ ਬੀ ਟੇਕਨ ਇਨ ਅਪੀਲ, ਕਿਹੜੇ ਕਿਹੜੇ ਗਰਾਊਂਡ ਲਈਆਂ ਜਾ ਸਕਦੀਆਂ ਨੇ ਅਪੀਲ ਦੇ ਵਿੱਚ। ਦਾ ਅਪੀਲੈਂਟ ਸ਼ੈਲ ਨਾਟ ਐਕਸੈਪਟ ਬਾਈ ਲੀਵ ਆਫ ਦਾ ਕੋਰਟ, ਕੋਰਟ ਦੀ ਮਨਜ਼ੂਰੀ ਤੋਂ ਬਗੈਰ ਅਰਜ ਔਰ ਬੀ ਹਰਡ ਇਨ ਸਪੋਰਟ ਆਫ ਐਨੀ ਗਰਾਊਂਡ ਆਬਜੈਕਸ਼ਨ ਨਾਟ ਸੈਟ ਫੋਰਥ। ਇੱਥੇ ਕਿਹਾ ਗਿਆ ਵੀ ਜਿਹੜੀ ਤੁਸੀਂ ਜੋ ਅਪੀਲ ਫਾਈਲ ਕਰ ਦਿੱਤੀ, ਬਾਅਦ ਦੇ ਵਿੱਚ ਜਾ ਕੇ ਤੁਸੀਂ ਕੇਸ ਚੱਲਦੇ ਦੌਰਾਨ ਕੋਈ ਨਵੀਆਂ ਗਰਾਊਂਡ ਨਵੇਂ ਅਪੀਲ ਦੇ ਨਵੇਂ ਗਰਾਊਂਡ ਕ੍ਰੀਏਟ ਨਹੀਂ ਕਰ ਸਕਦੇ ਜਦੋਂ ਤੱਕ ਕੋਰਟ ਤੁਹਾਨੂੰ ਇਜਾਜ਼ਤ ਨਹੀਂ ਦੇ ਦਿੰਦੀ ਹੈਗੀ। ਅੱਗੇ ਰੂਲ ਨੰਬਰ 3 ਚ ਕਿਹਾ ਗਿਆ ਰਿਜੈਕਸ਼ਨ ਔਰ ਅਮੈਂਡਮੈਂਟ ਆਫ ਦਾ ਮੈਮੋਰੰਡਮ। ਜਦੋਂ ਕੋਈ ਅਪੀਲ ਫਾਈਲ ਕੀਤੀ ਹੈ ਕਿਸੇ ਪਾਰਟੀ ਵੱਲੋਂ, ਜੋ ਕੋਰਟ ਦੀਆਂ ਜਿਹੜੀਆਂ ਪ੍ਰੋਵੀਜ਼ਨਸ ਹੈਗੀਆਂ ਨੇ ਉਹ ਪੂਰੀਆਂ ਨਹੀਂ ਕਰਦੀ ਤਾਂ ਜਿਹੜੀ ਅਪੀਲ ਹੈਗੀ ਆ ਉਹ ਰਿਜੈਕਟ ਕਰ ਦਿੱਤੀ ਜਾਂਦੀ ਹੈ, ਜਾਂ ਫਿਰ ਕੀ ਹੈਗਾ ਉਹਦੇ ਵਿੱਚ ਕੀ ਹੈਗਾ ਅਮੈਂਡਮੈਂਟਸ ਕਰਵਾ ਲਈਆਂ ਜਾਂਦੀਆਂ ਨੇ। where the court rejects any memorandum it shall record the reasons। ਜਾਂ ਅਮੈਂਡਮੈਂਟ ਕਰਵਾ ਲਈ ਜਾਂਦੀ ਹੈ ਜਾਂ ਅਪੀਲ ਇਦਾਂ ਵਾਪਸ ਕਰ ਦਿੱਤੀ ਜਾਂਦੀ ਹੈ ਤੇ ਪਾਰਟੀ ਨੂੰ ਕਿਹਾ ਜਾਂਦਾ ਵੀ ਇਹਨੂੰ ਕੰਪਲੀਟ ਕਰਕੇ ਲੈ ਕੇ ਆਓ। where the court rejects any memorandum, ਜਿੱਥੇ ਕੋਰਟ ਵੱਲੋਂ ਕੋਈ ਮੈਮੋਰੰਡਮ ਰਿਜੈਕਟ ਕੀਤਾ ਜਾਂਦਾ ਹੈ। ਦੇਖੋ ਰਿਜੈਕਟ ਕਰਨਾ ਹੋਰ ਚੀਜ਼ ਹੈ, ਵਾਪਸ ਕਰਨੀ ਹੋਰ ਚੀਜ਼ ਹੈ, ਅਮੈਂਡਮੈਂਟ ਕਰਵਾਉਣੀ ਹੋਰ ਚੀਜ਼ ਹੈਗੀ। ਰਿਜੈਕਟ ਕਰਨਾ ਮਤਲਬ ਇਹਦੀ ਫਿਰ ਫਰਦਰ ਅਪੀਲ ਲਾਈ ਕਰੇਗੀ ਜੇ ਰਿਜੈਕਟ ਕਰ ਦਿੱਤੀ। ਇਟ ਸ਼ੈਲ ਰਿਕਾਰਡ ਦਾ ਰੀਜ਼ਨ, ਜਿੱਥੇ ਕਿਤੇ ਕੋਰਟ ਵੱਲੋਂ ਰਿਜੈਕਟ ਕੀਤੀ ਜਾਂਦੀ ਹੈ ਅਪੀਲ ਕਿਸੇ ਦੀ ਤਾਂ ਨਾਲ ਰੀਜ਼ਨ ਦੱਸੇ ਜਾਂਦੇ ਨੇ ਇਸ ਨੂੰ ਕਿਉਂ ਰਿਜੈਕਟ ਕੀਤਾ ਜਾ ਰਿਹਾ ਹੈ। ਜੇ ਵੇਅਰ ਦੇ ਮੈਮੋਰੰਡਮ ਆਫ ਅਪੀਲ ਅਮੈਂਡਡ the judge or such officer as appoints in this behalf shall sign or initial the amendments। ਜਿੱਥੇ ਅਮੈਂਡਮੈਂਟ ਹੋਈਆਂ ਨੇ ਉੱਥੇ ਅਮੈਂਡਮੈਂਟ ਨੂੰ ਜਿਹੜਾ ਹੈਗਾ ਸਾਈਨ ਵਗੈਰਾ ਕੀਤਾ ਜਾਂਦਾ ਹੈ। ਐਪਲੀਕੇਸ਼ਨ ਫਾਰ ਦਾ ਕੰਡੋਨੇਸ਼ਨ ਆਫ ਡਿਲੇ। ਇਹ ਦੇਖੋ ਜਦੋਂ ਕੋਈ ਅਪੀਲ ਫਾਈਲ ਕਰਨ ਦੀ ਜਿਹੜੀ ਟਾਈਮ ਹੁੰਦੀ ਹੈ ਉਹ ਲੰਘ ਜਾਂਦੀ ਹੈ, ਠੀਕ ਹੈ, ਸਮੇਂ ਸਿਰ ਮੰਨ ਲਓ 30 ਡੇਜ਼ ਸੀਗੇ ਅਪੀਲ ਕਰਨ ਦੇ ਤੇ 30 ਡੇਜ਼ ਨਿਕਲ ਚੁੱਕੇ ਹੈ ਤਾਂ ਫਿਰ ਜੇ ਅਸੀਂ ਅਪੀਲ ਫਾਈਲ ਕਰ ਰਹੇ ਹਾਂ ਬਾਅਦ ਦੇ ਵਿੱਚ ਤਾਂ ਅਸੀਂ ਕੰਡੋਨੇਸ਼ਨ ਆਫ ਡਿਲੇ ਦੀ ਐਪਲੀਕੇਸ਼ਨ ਦਿੰਦੇ ਹਾਂ ਵੀ ਕਿਉਂ ਕੀ ਕਾਰਨ ਨੇ, ਹਲਫੇਵੇਂ ਦਿੱਤਾ ਜਾਂਦਾ ਹੈ ਵੀ ਕਿਹੜੇ ਰੀਜ਼ਨ ਇੱਦਾਂ ਦੇ ਹੈਗੇ ਨੇ ਜਿਸ ਕਰਕੇ ਜਿਹੜੀ ਮੇਰੀ ਇਹ ਅਪੀਲ ਹੈ ਮੈਂ ਮਤਲਬ ਕਿ ਦੇਰੀ ਨਾਲ ਫਾਈਲ ਕਰ ਰਹੇ ਹਾਂ। ਇਫ ਦਾ ਕੋਰਟ ਸੀ ਨੋ ਰੀਜ਼ਨ ਟੂ ਰਿਜੈਕਟ ਦਾ ਐਪਲੀਕੇਸ਼ਨ, ਜਦੋਂ ਕੋਰਟ ਨੂੰ ਲੱਗਦਾ ਵੀ ਠੀਕ ਹੈ ਇਹਦੀ ਐਪਲੀਕੇਸ਼ਨ ਰਿਜੈਕਟ ਨਹੀਂ ਹੋਣੀ ਬਣਦੀ, ਠੀਕ ਹੈ, ਤਾਂ ਰਿਸਪੋਂਡੈਂਟ ਨੋਟਿਸ ਦੂਜੀ ਪਾਰਟੀ ਨੂੰ ਨੋਟਿਸ ਜਾਰੀ ਕੀਤਾ ਜਾਂਦਾ ਹੈ। When an application has been made under sub-rule 1, the court shall not make an order for the stay of execution। ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਜੇ ਕੋਈ ਅਰਜੀ ਆ ਗਈ ਸਟੇ ਐਪਲੀਕੇਸ਼ਨ ਦੀ, ਅਪੀਲ ਫਾਈਲ ਹੋ ਗਈ ਤੇ ਨਾਲ ਦੀ ਨਾਲ ਕੋਰਟ ਵੱਲੋਂ ਜਿਹੜੀ ਸਟੇ ਆਫ ਐਗਜ਼ੀਕਿਊਸ਼ਨ ਦੀ ਜਾਰੀ ਨਹੀਂ ਕੀਤੀ ਜਾਂਦੀ। ਪਹਿਲੀ ਡਿਗਰੀ ਜਿਹੜੀ ਪਾਸ ਹੋਈ ਵੀ ਹੈ, ਠੀਕ ਹੈ। where an application has been made under sub-rule 1, the court shall not make an order for the stay of execution। ਕੋਰਟ ਸਟੇ ਦੇ ਆਰਡਰ ਜਾਰੀ ਨਹੀਂ ਕਰੇਗੀ of the decree against which the appeal is proposed। ਜਿਸ ਡਿਗਰੀ ਦੇ ਖਿਲਾਫ ਇਹ ਔਰ ਅਪੀਲ ਫਾਈਲ ਹੋਈ ਹੈ, ਕੋਰਟ ਇਸ ਤਰ੍ਹਾਂ ਇਨੀਸ਼ੀਅਲ ਸਟੇਜ ਤੇ ਅਪੀਲ ਫਾਈਲ ਹੋਣ ਦੇ ਨਾਲ ਹੀ ਜਿਹੜਾ ਸਟੇ ਆਰਡਰ ਜਾਰੀ ਕੋਰਟ ਵੱਲੋਂ ਨਹੀਂ ਕੀਤਾ ਜਾਂਦਾ। one of the several plaintiffs or defendants may obtain reversal of the whole decree where it proceeds on the grounds common to all। ਕਈ ਵਾਰੀ ਪਲੈਂਟਿਫ ਨੇ, ਕਈ ਵਾਰੀ ਡਿਫੈਂਡੈਂਟ ਨੇ, ਮੰਨ ਲਓ 5 ਪਲੈਂਟਿਫ ਨੇ ਜਾਂ 5 ਡਿਫੈਂਡੈਂਟ ਨੇ, ਠੀਕ ਹੈ, ਉਹਨਾਂ ਵੱਲੋਂ ਕਿਸੇ ਵੱਲੋਂ ਵੀ ਜਾਂ 1-2 ਪਲੈਂਟਿਫ ਵੱਲੋਂ ਜਾਂ 1-2 ਡਿਫੈਂਡੈਂਟ ਵੱਲੋਂ ਜਿਹੜੀ ਅਪੀਲ ਫਾਈਲ ਕੀਤੀ ਜਾਂਦੀ ਹੈ ਤਾਂ ਜਿਹੜੀ ਕੋਰਟ ਦੇ ਵਿੱਚ ਕੋਈ ਫੈਸਲਾ ਹੁੰਦਾ ਉਹ ਸਾਰਿਆਂ ਤੇ ਲਾਗੂ ਹੋਏਗਾ। ਇਹ ਕਿਹਾ ਗਿਆ ਇਹਦੇ ਵਿੱਚ। ਸਟੇ ਬਾਈ ਦਾ ਅਪੀਲੈਂਟ ਕੋਰਟ। ਦੇਖੋ ਅਪੀਲ ਫਾਈਲ ਹੋਣ ਦੇ ਨਾਲ ਅਪੀਲ ਫਾਈਲ ਹੋਣ ਦੇ ਨਾਲ ਜਿਹੜੀ ਡਿਗਰੀ ਹੈ ਉਹ ਸਟੇ ਨਹੀਂ ਹੋ ਜਾਂਦੀ। ਇਹ ਆਮ ਤੌਰ ਤੇ ਆਪਣੇ ਪ੍ਰੋਬਲਮ ਆਉਂਦੀ ਹੈ, ਅਸੀਂ ਦੇਖਦੇ ਹਾਂ ਰੋਜ਼ ਪ੍ਰੈਕਟੀਕਲ ਉਹਦੇ ਵਿੱਚ ਸਾਡੇ ਕੋਲ ਜਦੋਂ ਪਾਰਟੀਆਂ ਆ ਜਾਂਦੀਆਂ ਨੇ, ਕਈ ਵਾਰੀ ਕੋਈ ਡਿਗਰੀ ਲੈ ਕੇ ਆ ਗਈ ਪਾਰਟੀ, ਦੂਜੀ ਪਾਰਟੀ ਅਪੀਲ ਦਾ ਆਰਡਰ ਲੈ ਕੇ ਆ ਗਈ, ਅਸੀਂ ਅਪੀਲ ਫਾਈਲ ਕੀਤੀ ਹੈ ਜੀ, ਤੁਸੀਂ ਅਗਲੀ ਕਾਰਵਾਈ ਨਹੀਂ ਕਰਨੀ ਹੈਗੀ, ਠੀਕ ਹੈ। ਇੱਥੇ ਸਪਸ਼ਟ ਕਿਹਾ ਗਿਆ ਇਸ ਆਰਡਰ ਦੇ ਵਿੱਚ ਵੀ ਜੇ ਅਪੀਲ ਫਾਈਲ ਹੋ ਗਈ ਤਾਂ ਅਸੀਂ ਉਸ ਨੂੰ ਸਟੇ ਪ੍ਰਜ਼ੂਮ ਨਹੀਂ ਕਰਾਂਗੇ ਜਦੋਂ ਤੱਕ ਕੋਰਟ ਵੱਲੋਂ ਸਟੇ ਜਾਰੀ ਨਹੀਂ ਕੀਤੀ ਜਾਂਦੀ। ਤਾਂ ਜਿਹੜੀ ਡਿਗਰੀ ਪਹਿਲਾਂ ਪਾਸ ਹੋਈ ਵੀ ਹੈ ਉਹਦੀ ਜਿਹੜੀ ਕਾਰਵਾਈ ਹੈ ਉਹ ਕੀਤੀ ਜਾਂਦੀ ਹੈ ਵਿਦਆਊਟ ਸਟੇ ਆਰਡਰ। ਮਤਲਬ ਅਪੀਲ ਨੂੰ ਹੀ ਅਸੀਂ ਸਟੇ ਨਹੀਂ ਕਿਹਾ ਜਾ ਸਕਦਾ। ਸਟੇ ਆਫ ਪ੍ਰੋਸੀਡਿੰਗ ਐਂਡ ਐਗਜ਼ੀਕਿਊਸ਼ਨ। ਦੇਖੋ ਪੜ੍ਹ ਕੇ 5 ਨੰਬਰ ਦੇ ਵਿੱਚ ਕੀ ਕਿਹਾ ਗਿਆ, ਸਟੇ ਬਾਈ ਅਪੀਲੈਂਟ ਕੋਰਟ ਐਂਡ ਅਪੀਲ ਸ਼ੈਲ ਨਾਟ ਆਪਰੇਟ ਐਜ ਏ ਸਟੇ ਆਫ ਪ੍ਰੋਸੀਡਿੰਗ। ਦੇਖੋ ਕਲੀਅਰ ਧਿਆਨ ਨਾਲ ਸੁਣੋ, ਐਂਡ ਅਪੀਲ ਸ਼ੈਲ ਨਾਟ ਆਪਰੇਟ ਐਜ ਏ ਸਟੇ ਆਫ ਪ੍ਰੋਸੀਡਿੰਗਸ। ਜਿਹੜੀਆਂ ਪ੍ਰੋਸੀਡਿੰਗਸ ਨੇ ਡਿਗਰੀ ਦੀਆਂ ਜਿਹੜੀ ਪਾਸ ਹੋਈ ਵੀ ਹੈ, ਠੀਕ ਹੈ, ਜੇ ਅਪੀਲ ਫਾਈਲ ਹੋ ਗਈ ਤਾਂ ਉਸ ਨੂੰ ਮਤਲਬ ਕਿ ਅਸੀਂ
स्टे नहीं किया जा सकता। और ऑर्डर अपील्ड फ्रॉम एक्सेप्ट सो फार एज अपील एंड कोर्ट में ऑर्डर, जो तक कोर्ट जी अपील एंड कोर्ट है वो स्टे जारी नहीं करती उद तक किसी ਨੂੰ ਅਸੀਂ स्टे ऑर्डर नहीं किया जा सकता। Nor shall execution of a decree be stayed by the reasons only of an appeal having been preferred from the decree, but the appeal and court may for sufficient cause order stay of the execution of such decree। ਜਦੋਂ ਕੋਰਟ ਕਿਸੇ ਕਾਰਨ ਕਰਕੇ ਕੋਈ ਸਟੇ ਆਰਡਰ ਜਾਰੀ ਕਰਦੀ ਹੈ ਵੀ ਇਹ ਡਿਗਰੀ ਐਗਜ਼ੀਕਿਊਟ ਨਾ ਕੀਤੀ ਜਾਵੇ, ਕੋਈ ਡਿਗਰੀ ਪਾਸ ਹੋਈ ਵੀ ਹੈ, ਕੋਈ ਲੈਂਡ ਦੀ ਡਿਗਰੀ ਪਾਸ ਹੋਈ ਵੀ ਹੈ, ਕਿਸੇ ਕੋਈ ਡਿਗਰੀ ਕਿਸੇ ਨੂੰ ਕਿਸੇ ਜ਼ਮੀਨ ਦਾ ਮਾਲਕ ਬਣਾ ਦਿੱਤਾ ਗਿਆ ਹੈ, ਠੀਕ ਹੈ, ਤਾਂ ਦੂਜੀ ਪਾਰਟੀ ਅਪੀਲ ਚਲੀ ਗਈ ਹੈ ਤਾਂ ਅਸੀਂ ਕਹਾਂਗੇ ਵੀ ਅਸੀਂ ਇੰਤਕਾਲ ਨਹੀਂ ਦਰਜ ਕਰਦੇ ਇਹਦਾ, ਜਾਂ ਇੰਤਕਾਲ ਮਨਜ਼ੂਰ ਨਹੀਂ ਹੋਣਾ ਚਾਹੀਦਾ। ਪਰ ਇੱਥੇ ਸਪਸ਼ਟ ਕਿਹਾ ਗਿਆ ਇਹਦੇ ਵਿੱਚ ਵੀ ਜਿਹੜੀ ਡਿਗਰੀ ਹੈ ਉਹ ਐਗਜ਼ੀਕਿਊਟ ਕੀਤੀ ਜਾਵੇਗੀ ਜਦੋਂ ਤੱਕ ਕੋਰਟ ਵੱਲੋਂ ਉਸ ਡਿਗਰੀ ਨੂੰ ਐਗਜ਼ੀਕਿਊਸ਼ਨ ਦੇ ਲਈ ਸਟੇ ਆਰਡਰ ਜਾਰੀ ਨਾ ਕੀਤਾ ਗਿਆ ਹੋਵੇ। An order by a appellant court for the stay of execution of the decree shall be effective from the date of the communication of such order। कोर्ट ने कोई स्टे ऑर्डर जारी कर दिता, ठीक है, किसी ऑर्डर के खिलाफ, वो कदों लागू होएगा, उस डेट तो लागू होएगा जो कम्युनिकेट होगा दूजी कोर्ट ਨੂੰ। सच ऑर्डर टू द कोर्ट ऑफ फर्स्ट इंस्टांस, पहली कोर्ट ਨੂੰ इस कोर्ट ने डिग्री पास ਕੀਤੀ ਗਈ ਸੀਗੀ, ठीक है, उस कोर्ट ਦੇ ਕੋਲੇ ਜਾਏਗਾ, ਇਹਦੀ ਕਾਪੀ ਜਾਏਗੀ। बट एन एफिडेविट sworn by the appellant, ਦੂਜੀ ਪਾਰਟੀ ਹਲਫੇ ਬਿਆਨ ਵੀ ਪੇਸ਼ ਕਰ ਸਕਦੀ ਹੈ appellant ਕੋਰਟ ਦੇ ਵਿੱਚ ਨਾ, ਥੋੜੀ ਐਪਲੀਕੈਂਟ ਜਿਹੜਾ ਹੈਗਾ ਉਹ ਹਲਫੇ ਬਿਆਨ ਵੀ ਜਿਹੜੀ ਫਸਟ ਇੰਸਟੈਂਸ ਕੋਰਟ ਹੈਗੀ ਉੱਥੇ ਹਲਫੇ ਬਿਆਨ ਦੇ ਸਕਦਾ ਹੈ ਵੀ ਇਹ ਜਿਹੜੀ ਪਹਿਲੀ ਕੋਰਟ ਹੈ appellant ਕੋਰਟ ਦੇ ਵਿੱਚ ਜਿਹੜਾ ਹੈਗਾ ਇਹ ਆਰਡਰ ਜਾਰੀ ਹੋ ਚੁੱਕਿਆ ਹੈ ਸਟੇ ਦਾ, based on his personal knowledge ਦੇ ਬੇਸ ਦੇ ਉੱਤੇ, stating that an order for the stay of execution of the decree has been made by the appellant court। ਕਈ ਵਾਰੀ ਟ੍ਰਾਂਸਮਿਟ ਆਰਡਰ ਹੁੰਦੇ ਟਾਈਮ ਲੱਗ ਜਾਂਦਾ ਹੈਗਾ, ਤਾਂ ਜਿਹੜੀ ਪਾਰਟੀ ਹੈਗੀ ਹੈ ਕੰਸਰਨ ਪਾਰਟੀ ਹਲਫੇ ਬਿਆਨ ਵੀ ਦੇ ਸਕਦੀ ਵੀ ਇੰਨੀ ਤਰੀਕ ਨੂੰ ਜਿਹੜੀ ਸਟੇ ਦਾ ਆਰਡਰ ਹੋ ਚੁੱਕਿਆ ਹੈਗਾ। ਪੈਂਡਿੰਗ ਦਾ ਰਸੀਟ ਆਫ ਦਾ ਫਰੋਮ ਦਾ appellant court, ਅਜੇ ਮਤਲਬ ਕਿ ਰਸੀਟ ਨਹੀਂ ਹੋਈ ਉਸ ਕੋਰਟ ਦੇ ਵਿੱਚ ਜਿਸ ਕੋਰਟ ਨੇ ਡਿਗਰੀ ਪਾਸ ਕੀਤੀ ਸੀ, ਬੇਸ਼ੱਕ ਉੱਥੇ ਅਜੇ ਨਹੀਂ ਆਇਆ ਹੈਗਾ, ਤਾਂ ਹਲਫੇ ਬਿਆਨ ਦਿੱਤਾ ਜਾ ਸਕਦਾ ਹੈ ਪਾਰਟੀ ਵੱਲੋਂ। For the stay of the execution, any order to contrary be acted upon the court first instance। Stay by the court which passed the decree, ਜਿਹੜੀ ਕੋਰਟ ਨੇ ਡਿਗਰੀ ਪਾਸ ਕੀਤੀ ਹੈ ਉਹਦੇ ਵੱਲੋਂ ਵੀ ਸਟੇ ਕੀਤੀ ਜਾ ਸਕਦੀ ਹੈ। Where an application is made for the stay of execution of an appealable degree, ਕੋਈ ਡਿਗਰੀ ਦੀ ਅਪੀਲ ਹੋ ਸਕਦੀ ਹੈ ਬਿਫੋਰ ਦਾ ਐਕਸਪਾਇਰੇਸ਼ਨ ਆਫ ਦਾ ਟਾਈਮ ਅਲਾਉਡ, ਉਹ ਸਮਾਂ ਦਿੱਤਾ ਗਿਆ, ਮੰਨ ਲਓ 60 ਡੇਜ਼ ਹੈਗੇ ਆ ਅਪੀਲ ਕਰਨ ਦੇ, ਠੀਕ ਹੈ। ਵੇਅਰ ਐਨ ਐਪਲੀਕੇਸ਼ਨ, ਜਿਸ ਕੋਰਟ ਨੇ ਡਿਗਰੀ ਪਾਸ ਕੀਤੀ ਸੀ ਉਸੇ ਕੋਰਟ ਦੇ ਵਿੱਚ ਇੱਕ ਪਾਰਟੀ ਅਰਜੀ ਦਿੰਦੀ ਹੈ। ਵੇਅਰ ਐਨ ਐਪਲੀਕੇਸ਼ਨ ਇਜ਼ ਮੇਡ ਫਾਰ ਸਟੇ ਆਫ ਐਗਜੀਕਿਊਸ਼ਨ, ਵੀ ਇਸ ਜਿਹੜੀ ਆਰਡਰ ਹੋਇਆ ਇਹਨੂੰ ਐਗਜੀਕਿਊਟ ਨਾ ਕੀਤਾ ਜਾਵੇ, ਜੇ ਲਾਗੂ ਨਾ ਕੀਤਾ ਜਾਵੇ। ਔਨ ਐਨ ਅਪੀਲੇਬਲ ਡਿਗਰੀ, ਅਪੀਲ ਵੀ ਫਾਈਲ ਕਰ ਸਕਦਾ ਉਹ, ਪਰ ਅਪੀਲ ਫਾਈਲ ਕਰਨ ਤੋਂ ਪਹਿਲਾਂ ਅਰਜੀ ਦਿੰਦਾ ਹੈਗਾ ਬਿਫੋਰ ਦਾ ਐਕਸਪਾਇਰੇਸ਼ਨ ਆਫ ਟਾਈਮ ਅਲਾਉਡ ਫਾਰ ਦਾ ਅਪੀਲਿੰਗ, ਉਸ ਸਮੇਂ ਤੋਂ ਪਹਿਲਾਂ। ਦੇਅਰ ਆਫ ਦਾ ਕੋਰਟ ਵਿਚ ਪਾਸ ਦਾ ਡਿਗਰੀ ਮੇ ਔਨ ਸਫੀਸ਼ੀਐਂਟ ਕਾਜ਼, ਜੇ ਕੋਰਟ ਨੂੰ ਲੱਗਦਾ ਹੈ ਵੀ ਵਾਕਈ ਜਿਹੜੀ ਅਰਜੀ ਸਹੀ ਹੈਗੀ ਹੈ, being shown order of the execution to stay, ਜਿਹੜੀ ਕੋਰਟ ਨੇ ਡਿਗਰੀ ਖੁਦ ਪਾਸ ਕੀਤੀ ਹੁੰਦੀ ਹੈ ਉਹਦੀ ਉਹ ਆਪਦੇ ਪੱਧਰ ਤੇ ਵੀ ਸਟੇ ਦਿੱਤੀ ਜਾ ਸਕਦੀ ਕੋਰਟ ਵੱਲੋਂ। ਅੱਗੇ ਸਬ ਰੂਲ 3 ਰੂਲ 3 ਚ ਕੀ ਕਿਹਾ ਗਿਆ? ਸਬ ਰੂਲ 3, no order for stay of execution shall be made under sub rule 1 and 2 unless the court making it satisfied। ਜਦੋਂ ਕੋਰਟ ਸੈਟੀਸਫਾਈ ਨਹੀਂ ਹੋ ਜਾਂਦੀ, ਕੀ ਸੈਟੀਸਫੈਕਸ਼ਨ ਕੋਰਟ ਨੂੰ ਚਾਹੀਦੀ ਹੁੰਦੀ ਹੈ? ਸਬਸਟੈਂਸ਼ੀਅਲ ਲਾਸ, ਵੀ ਬਹੁਤ ਵੱਡੇ ਪੱਧਰ ਤੇ ਲਾਸ ਹੋ ਸਕਦਾ ਹੈ ਜੇ ਇਹ ਡਿਗਰੀ ਐਗਜੀਕਿਊਟ ਹੋ ਗਈ, ਜੇ ਇਸ ਦਾ ਸਟੇ ਨਾ ਜਾਰੀ ਕੀਤੀ ਤਾਂ ਇੱਕ ਪਾਰਟੀ ਦਾ ਬਹੁਤ ਨੁਕਸਾਨ ਹੋ ਸਕਦਾ ਹੈ। that the application has been made without unreasonable delay, ਵੀ ਜਿਹੜੀ ਅਰਜੀ ਦਿੱਤੀ ਗਈ ਹੈ ਉਹ ਡਿਲੇ ਕਰਨ ਦੀ ਖਾਤਰ ਨਹੀਂ ਦਿੱਤੀ ਗਈ, ਸਹੀ ਅਰਜੀ ਦਿੱਤੀ ਗਈ ਹੈ, ਜਿਹੜਾ ਆਰਡਰ ਹੈ ਸਟੇ ਹੋਣਾ ਚਾਹੀਦਾ ਹੈ, ਅਜੇ ਡਿਗਰੀ ਤੇ ਜਿਹੜੀ ਐਗਜੀਕਿਊਸ਼ਨ ਹੈ ਉਹ ਰੁਕਣੀ ਚਾਹੀਦੀ ਹੈ। that security has been made given by the applicant, ਜਾਂ ਕੋਈ ਐਪਲੀਕੈਂਟ ਹੈ ਕੋਈ ਸਿਕਿਉਰਿਟੀ ਦੇ ਦੇਵੇ।
then 4 ਦੇ ਵਿੱਚ ਕੀ ਕਹੇਗਾ, subject to the provisions the court may make an ex parte order, ਤਾਂ ਕੋਰਟ ਹੈਗੀ ਹੈ ex parte order ਕਰ ਸਕਦੀ ਹੈ ਅਰਜ਼ੀ ਆਉਣ ਤੇ। ਇਦਾਂ ਦੇ ਕੇਸ ਉਹ ਦੋ ਤਿੰਨ ਜਿਹੜੇ ਪੁਆਇੰਟਸ ਹੈਗੇ ਨੇ ਕੋਰਟ ਨੂੰ ਲੱਗਦੇ ਨੇ ਵੀ ਜਿਹੜੀ ਲਾਸ ਵੀ ਹੋ ਸਕਦਾ ਹੈ, ਜਾਂ ਵੀ ਕੋਈ ਡਿਲੇ ਕਰਨ ਦੇ ਮਕਸਦ ਨਾਲ ਅਰਜ਼ੀ ਦਿੱਤੀ ਨਹੀਂ ਗਈ ਹੈਗੀ, ਜਾਂ ਕੋਈ ਪਾਰਟੀ ਸਟੇ ਸਿਕਿਉਰਿਟੀ ਪੇਸ਼ ਕਰ ਦਿੰਦਾ, ਕੋਰਟ ਮੇ ਮੇਕ ਐਨ ਐਕਸ ਪਾਰਟੀ ਆਰਡਰ ਫਾਰ ਦਾ ਸਟੇ ਆਫ ਐਗਜ਼ੀਕਿਊਸ਼ਨ ਪੈਂਡਿੰਗ ਦਾ ਹੀਅਰਿੰਗ ਆਫ ਦਾ ਐਪਲੀਕੇਸ਼ਨ ਦੀ ਪੈਂਡਿੰਗ ਹੀਅਰਿੰਗ ਰੱਖ ਕੇ ਅਗਲੀ ਡੇਟ ਰੱਖ ਕੇ ਜਿਹੜੀ ਹੈਗੀ ਹੈ ਸਟੇ ਕੀਤੀ ਜਾ ਸਕਦੀ ਹੈ, ਵੀ ਇਹ ਫਾਰ ਦਾ ਟਾਈਮਿੰਗ ਜਿਹੜਾ ਇਹ ਆਰਡਰ ਹੈਗਾ ਇਹਨੂੰ ਐਗਜ਼ੀਕਿਊਟ ਨਾ ਕੀਤਾ ਜਾਵੇ। ਸਬ ਰੂਲ 5 ਕੀ ਹੈ, notwithstanding anything contained where the applicant fails to make the deposit of the furnish the security, ਜਦੋਂ ਐਪਲੀਕੇਸ਼ਨ ਹੈ ਉਹਨੇ ਸਿਕਿਉਰਿਟੀ ਦੀ ਗੱਲ ਕੀਤੀ ਸੀ, ਉਹਨੇ ਨਹੀਂ ਮਤਲਬ ਕਿ ਡਿਪੋਜ਼ਿਟ ਕਰਵਾਈ ਹੈਗੀ, the court shall not make an order staying the execution, ਤਾਂ ਕੋਰਟ ਵੱਲੋਂ ਜਿਹੜੀ ਐਗਜ਼ੀਕਿਊਸ਼ਨ ਹੈ ਉਹ ਸਟੇ ਨਹੀਂ ਕੀਤੀ ਜਾਂਦੀ। ਰੂਲ ਨੰਬਰ 6 security in case of order for the execution of decree appealed from, where an order is made for the execution of a decree from which an appeal is pending, एग्जीक्यूशन वास्ते एप्लीकेशन दे दी किसी व्यक्ति ने, where an order is made for the execution of a decree from which an appeal is pending, the court which passed the decree shall on the sufficient cause being shown by the appellant require security to be taken for the restitution of the any property which may be or has been taken in execution of the decree for the payment or value of such property. Appellant court may for like cause direct the court which passed the decree to take such security, ਤਾਂ ਜਿਹੜੀ ਡਿਗਰੀ appellant court ਦੇ ਵਿੱਚ ਵੀ ਹੈਗੀ ਹੈ, ਜਿਹੜੀ ਦੂਜੀ ਕੋਰਟ ਨੂੰ ਕਿਹਾ ਜਾ ਸਕਦਾ ਵੀ ਤੁਸੀਂ ਇਹਦੀ ਸਿਕਿਉਰਿਟੀ ਲੈ ਲਓ। See, where an order has been made for the sale of immovable property, ठीक है, the appeal is pending, be stayed on the such terms giving security, ਤਾਂ ਜਿਹੜੀ appeal stay ਹੈਗੀ ਆ ਉਹ ਮਤਲਬ ਕਿ ਜਿਹੜੀ ਸੇਲ ਹੈਗੀ ਆ ਉਹ ਰੋਕੀ ਜਾ ਸਕਦੀ ਹੈ, ਕਦੇ ਲਈ be stayed on such terms as to the giving security, ਲੈ ਕੇ ਜਿਹੜੀ ਸੇਲ ਹੈ ਉਹਦੀ ਰੋਕੀ ਜਾ ਸਕਦੀ ਹੈ। ਨੈਕਸਟ ਹੈਗਾ ਐਗਜ਼ੀਕਿਊਸ਼ਨ 8, ਰੂਲ ਨੰਬਰ 8 exercise of the powers in appeal from order made in execution of a decree, exercise of the powers of in appeal from the orders made in execution। टाइम हो चुका है जी, बाकी ਆਪਾਂ ਫਿਰ ਕੱਲ ਦੇਖਾਂਗੇ। ਇੱਥੇ ਅੱਜ ਦਾ ਲੈਕਚਰ ਬੰਦ ਕਰਾਂਗੇ। Okay, thank you. Thank you, sir. ਓਕੇ ਜੀ, ਕੱਲ ਨੂੰ ਕੋਈ ਲੈਕਚਰ ਲਗਾ ਲਈਏ, ਕੱਲ ਨਾ ਕੋਈ ਸੈਟਰਡੇ ਇਸੇ ਟਾਈਮ ਤੇ ਕੋਈ ਲੈਕਚਰ ਲਗਾ ਲਈਏ ਕੱਲ ਨੂੰ, ਜਿਹੜਾ ਸਾਡਾ ਸਕਿਪ ਕਰ ਗਿਆ ਸੀ 5 ਨੰਬਰ ਦਾ 5 ਨੰਬਰ ਪੇਪਰ, ਜਿਹੜਾ ਸਾਡਾ ਲੈਕਚਰ ਸਕਿਪ ਕਰ ਗਿਆ ਸੀ ਕੱਲ, ਠੀਕ ਹੈ, ਉਹ ਕੱਲ ਨੂੰ ਇਸੇ ਟਾਈਮ ਤੇ ਅਸੀਂ ਪੇਪਰ ਸਟੱਡੀ ਕਰਾਂਗੇ, ਠੀਕ ਹੈ ਜੀ। ਪੇਪਰ ਨੰਬਰ 5 ਹੈ ਜੀ, ਸਵੇਰੇ ਲਾ ਲਿਆ ਕਰੋ ਜੀ, ਇਸੇ ਟਾਈਮ ਤੇ ਲਗਾਵਾਂਗੇ ਜੀ, ਇਸੇ ਟਾਈਮ ਤੇ, ਹਾਂਜੀ ਠੀਕ ਹੈ ਜੀ। ਐਨੀ ਕੁਐਸਚਨ? ठीक है, थैंक यू सर। क्लास इज ओवर, थैंक यू वेरी मच।